आओ जी संधू साहब आ जाओ। ਹਾਂਜੀ ਸਰ ਦਰਸ਼ਨ ਸਿੰਘ ਜੀ, ਅਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਸ ਤੋਂ ਅੱਗੇ ਸ਼ੁਰੂ ਕਰਨਾ ਹੈਗਾ ਹੈ ਤੇ ਪੰਜਾਬੀ 'ਚ ਜੇ ਕਹੀਏ ਤੇ ਬਰਾਤ ਲੈ ਕੇ ਜਾਣਾ ਆ। ਅਸੀਂ ਮੇਲ ਸਾਈਡ ਦੇ ਵਿੱਚੋਂ ਸਪਰਮ ਦੇ ਬਣਨਾ, ਟੈਸਟਿਸ ਦਾ ਹੋਣਾ ਜਾਂ ਜਿੰਨੇ ਅੰਗਾਂ ਦੀ ਸਾਰੀ ਡਿਸਕ੍ਰਿਪਸ਼ਨ ਅਸੀਂ ਦੇ ਦਿੱਤੀ ਹੈ। ਇਹ ਬਿਲਕੁਲ ਸਧਾਰਨ ਡਿਸਕ੍ਰਿਪਸ਼ਨ ਹੈ, ਪਰ ਇਹਨਾਂ ਦੀ ਬਿਮਾਰੀਆਂ ਦੀ ਡਿਸਕ੍ਰਿਪਸ਼ਨ ਜਦੋਂ ਇਹਨਾਂ ਦਾ ਸਿਸਟਮ ਆਏਗਾ ਉਸ ਵੇਲੇ ਕੁਝ ਹੋਰ ਹੋਏਗੀ, ਹੋਰ ਬਹੁਤ ਕੁਝ ਦੱਸਣ ਵਾਲਾ ਬਾਕੀ ਹੈ। ਪਰ ਇਹ ਕਿਉਂਕਿ ਅਸੀਂ ਲਾਈਫ ਨੂੰ ਅੱਗੇ ਤੋਰਨਾ ਆ, ਇਸ ਕਰਕੇ ਜਿਹੜੀ ਰੂਟੀਨ ਦੇ ਵਿੱਚ ਨੇਚਰ ਵਾਲੀ ਪ੍ਰੋਸੈਸ ਦੀ ਗੱਲ ਹੈਗੀ ਹੈ ਉਹ ਸਾਰੀ ਅਸੀਂ ਹੁਣ ਤੱਕ ਡਿਸਕਸ ਕੀਤੀ ਹੈ ਕਿ ਨੇਚਰ ਨੇ ਸਾਨੂੰ ਕਿਹੜੇ ਕਿਹੜੇ ਅੰਗ ਦਿੱਤੇ ਹੋਏ ਨੇ ਤੇ ਉਹਨਾਂ ਦੇ ਵਿੱਚ ਕੀ ਕੀ ਹੁੰਦਾ ਹੈ। ਤੇ ਅਸੀਂ ਇਹ ਗੱਲ ਕਰ ਚੁੱਕੇ ਹਾਂ ਕਿ ਭਾਈ ਜਿਹੜੇ ਮੇਲ ਦੇ ਇਹ ਅੰਗ ਹਨ ਔਰ ਉਹਨਾਂ ਦੇ ਵਿੱਚ ਅਸੀਂ ਪ੍ਰੋਸਟੇਟ ਤੱਕ ਦੀ ਡਿਸਕ੍ਰਿਪਸ਼ਨ ਜਿਹੜੀ ਹੈ ਆਪਣੇ ਜਿਹੜੇ ਸਰੋਤੇ ਨੇ ਉਹਨਾਂ ਨਾਲ ਸਾਂਝੀ ਕਰ ਚੁੱਕੇ ਹਾਂ। ਬਈ ਮਿੱਤਰੋ, ਮੈਂ ਤੁਹਾਡਾ ਹੋਮਿਓਪੈਥਿਕ ਕੰਸਲਟੈਂਟ ਤੁਹਾਡੀ ਸੇਵਾ 'ਚ ਹਾਜ਼ਰ ਹਾਂ 7021 ਵਿਲੇਜ ਪਾਰਕਵੇ ਡਬਲਿਨ ਦੇ ਵਿੱਚ, ਅਤੇ ਰੋਜ਼ਾਨਾ ਵਾਲਾ ਪ੍ਰੋਗਰਾਮ ਲੈ ਕੇ ਜੀਵਨ ਤੋਂ ਜੀਵਨ ਦੀ ਉਤਪਤੀ ਕਿਸ ਤਰ੍ਹਾਂ ਹੋਈ, ਸਿਹਤ ਵਿਗਿਆਨ ਨਾਲ ਸੰਬੰਧਿਤ ਇਹ ਪ੍ਰੋਗਰਾਮ ਤੁਹਾਡੇ ਵਾਸਤੇ ਪੇਸ਼ ਕੀਤੇ ਜਾਂਦੇ ਨੇ ਕਿ ਤੁਸੀਂ ਇਸ ਸਰੀਰ ਬਾਰੇ ਖੁਦ ਜਾਣ ਸਕੋ ਕਿ ਸਰੀਰ ਦੀ ਡਿਵੈਲਪਮੈਂਟ ਕਿਵੇਂ ਹੁੰਦੀ ਹੈ ਅਤੇ ਸਰੀਰ ਅੱਗੇ ਕੰਮ ਕਿਵੇਂ ਕਰਦਾ ਆ, ਔਰ ਉਹ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਤੁਸੀਂ ਆਮ ਬਿਜ਼ਨਸਾਂ ਦੇ ਵਿੱਚ ਜਾਣਦੇ ਹੋ, ਕਮ ਸੇ ਕਮ ਸਰੀਰ ਬਾਰੇ ਵੀ ਜਾਣੋ। ਸੋ ਅੱਜ ਅਸੀਂ ਅੱਗੇ ਤੁਰ ਰਹੇ ਹਾਂ ਕਿ ਸਪਰਮ ਟੈਸਟਿਸ ਦੇ ਵਿੱਚ ਬਣਦੇ ਨੇ ਔਰ ਸੈਮਨੀਫੇਰਸ ਡਕਟ ਦਾ ਨਾਂ ਅਸੀਂ ਲਿਆ ਸੀ ਕਿ ਉਹਦੇ ਵਿੱਚ 300 ਤੋਂ 400 ਲੋਬ ਹੁੰਦੇ ਨੇ ਅਤੇ ਉਹਨਾਂ ਲੋਬਾਂ ਦੇ ਵਿੱਚ ਸੈਮਨੀਫੇਰਸ ਡਕਟ ਹੁੰਦੇ ਨੇ, ਜਿਹੜੇ ਕਿ ਡਕਟ ਬਾਹਰ ਜਾ ਕੇ ਅੱਗੇ ਉਹਨਾਂ ਦਾ ਡਿਫਰੈਂਟ ਨਾਂ ਹੋ ਜਾਂਦਾ ਹੈ ਔਰ ਡਿਫਰੈਂਟ ਨਾਮ ਦੇ ਨਾਲ ਉਹ ਅੱਗੇ ਐਕਚੁਅਲੀ ਸਪਰਮੈਟਿਕ ਕਾਰਡ ਬਣ ਜਾਂਦੀ ਹੈ ਔਰ ਟੈਸਟ ਦੇ ਵਿੱਚੋਂ ਰਿਲੀਜ਼ ਹੋ ਕੇ ਅਤੇ ਜਿਹੜੀ ਆ ਪ੍ਰੋਸਟੇਟ ਦੇ ਵਿੱਚੋਂ ਲੰਘ ਕੇ ਅੱਗੇ ਦੀ ਕਿਰਿਆ ਸ਼ੁਰੂ ਕਰਦੀ। ਹੁਣ ਅਸੀਂ ਅੱਗੇ ਦੀ ਕਿਰਿਆ ਸ਼ੁਰੂ ਕਰ ਰਹੇ ਹਾਂ ਕਿ ਬਈ ਸਪਰਮ ਇੱਕ ਵਾਰ ਦੇ ਵਿੱਚ ਕਿੰਨੇ ਕੁ ਬਣ ਜਾਂਦੇ ਆ। ਅਸੀਂ ਅੱਜ ਖੁਰਾਕ ਖਾਈ, ਖੁਰਾਕ ਖਾਣ ਤੋਂ ਬਾਅਦ ਇਹਦੇ ਨਾਲ ਬਣਨ ਵਾਲੀ ਕਿਰਿਆ ਸਪਰਮ ਜਿਹੜੇ ਬਣਨੇ ਨੇ ਇਹ ਤਕਰੀਬਨ 72 ਤੋਂ 74 ਦਿਨ ਲੈ ਲੈਂਦੇ ਆ ਔਰ ਸ਼ੁਰੂ ਤੋਂ ਲੈ ਕੇ ਹੀ ਜਦੋਂ ਤੋਂ ਇਸ ਸਰੀਰ ਦੀ ਬਣਤਰ ਹੁੰਦੀ ਹੈ ਉਦੋਂ ਤੋਂ ਲੈ ਕੇ ਹੀ ਸਪਰਮ ਜਿਹੜੇ ਨੇ ਉਹ ਕੱਚੇ ਬਣਨੇ ਸ਼ੁਰੂ ਹੋ ਜਾਂਦੇ ਨੇ, ਤਹਿਆਂ ਲਾ ਕੇ ਉਹਦੇ ਵਿੱਚ ਜਮ੍ਹਾਂ ਹੋਣੇ ਸ਼ੁਰੂ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਜਿਵੇਂ ਜਿਵੇਂ ਹਾਰਮੋਨ ਡਿਵੈਲਪ ਹੁੰਦੇ ਨੇ, ਜਿਵੇਂ ਜਿਵੇਂ ਟੈਸਟੋਸਟੈਰੋਨ ਹਾਰਮੋਨ ਬਣਦਾ ਹੈ, ਜਿਵੇਂ ਜਿਵੇਂ ਐਂਡਰੋਜਨ ਹਾਰਮੋਨਸ ਹੋਰ ਕਿਰਿਆ ਕਰਦੇ ਨੇ ਸਰੀਰ ਦੇ ਵਿੱਚ, ਉਵੇਂ ਹੀ ਸਪਰਮ ਜਿਹੜੇ ਉਹ ਬਣਨੇ ਸ਼ੁਰੂ ਹੋ ਜਾਂਦੇ ਨੇ ਔਰ ਇਹਨਾਂ ਸਪਰਮਾਂ ਦੀ ਜਿਹੜੀ ਗਿਣਤੀ ਹੈ ਉਹ ਤਕਰੀਬਨ 200 ਮਿਲੀਅਨ ਤੱਕ ਵੀ ਪਹੁੰਚ ਜਾਂਦੀ ਹੈ ਪਰ ਇਜੈਕੂਲੇਸ਼ਨ, ਇੱਕ ਵੇਰਾ ਦੇ ਐਜੈਕੂਲੇਸ਼ਨ ਦੇ ਵਿੱਚ। ਬਟ ਨਾਰਮਲ ਜਿਹੜੀ ਹੈ ਉਹ ਆਮ ਤੌਰ 'ਤੇ ਅਸੀਂ ਇਹ ਗਿਣਦੇ ਹਾਂ ਕਿ 120 ਮਿਲੀਅਨ ਤੋਂ ਲੈ ਕੇ 150 ਮਿਲੀਅਨ ਤੱਕ ਆਮ ਰੂਟੀਨ ਦੇ ਵਿੱਚ ਬੰਦਿਆਂ ਦੇ ਵਿੱਚੋਂ ਡਿਸਚਾਰਜ ਹੋ ਜਾਂਦੇ ਨੇ ਸਪਰਮ ਇੱਕ ਵੇਰਾ ਦੇ ਐਜੈਕੂਲੇਸ਼ਨ ਦੇ ਵਿੱਚ। ਅਗਰ ਇਹਨਾਂ ਦੀ ਗਿਣਤੀ ਇਸ ਤੋਂ ਘੱਟ ਹੁੰਦੀ ਹੈ ਤਾਂ ਅਸੀਂ ਉਹਨੂੰ ਓਲੀਗੋਸਪਰਮੀਆ ਕਹਿੰਦੇ ਹਾਂ। ਬਈ ਸਪਰਮ ਘੱਟ ਨੇ, ਉਹ ਭਾਈ ਜੇ ਇੱਕ ਹੀ ਸਪਰਮ ਨੇ ਪ੍ਰੈਗਨੈਂਟ ਕਰਨਾ ਹੈ ਇੱਕ ਔਰਤ ਨੂੰ ਤੇ ਫਿਰ ਅਸੀਂ ਇੰਨੇ ਸਾਰੇ 120 150 ਮਿਲੀਅਨ ਦੇ ਸਪਰਮ ਹੋ ਗਏ, ਅਸੀਂ ਓਲੀਗੋਸਪਰਮੀਆ ਕਿਉਂ ਕਹਿ ਰਹੇ ਹਾਂ, ਭਾਵ ਸਪਰਮ ਘੱਟ ਕਿਉਂ ਕਹਿ ਰਹੇ ਹਾਂ? ਕਿਉਂਕਿ ਜਦੋਂ ਇਹ ਡਿਸਚਾਰਜ ਹੁੰਦੇ ਨੇ, ਇਕੱਲੇ ਸਪਰਮ ਡਿਸਚਾਰਜ ਹੁੰਦੇ ਨੇ ਟੈਸਟਿਸ ਦੇ ਵਿੱਚੋਂ, ਤੇ ਜਦੋਂ ਪ੍ਰੋਸਟੇਟ ਦੇ ਵਿੱਚੋਂ ਲੰਘਦੇ ਨੇ ਇਹਦੇ ਵਿੱਚੋਂ ਪ੍ਰੋਸਟੇਟ ਦਾ ਮਵਾਦ ਰਲ ਜਾਂਦਾ ਆ ਔਰ ਉਹ ਜਿਹੜਾ ਪ੍ਰੋਸਟੇਟ ਦਾ ਮਵਾਦ ਰਲ ਜਾਂਦਾ ਆ ਉਹਦੇ ਨਾਲ ਇੱਕ ਪਰਫੈਕਟ ਵੀਰਜ ਬਣਦਾ ਹੈਗਾ। ਉਹ ਪਰਫੈਕਟ ਵੀਰਜ ਬਣਨ ਤੋਂ ਬਾਅਦ ਫਿਰ ਇਹ ਸ਼ੂਟ ਅਪ ਹੁੰਦਾ ਹੈ ਬਾਹਰ ਵਾਲੇ ਪਾਸੇ ਔਰ ਔਰਤ ਦੇ ਵਜਾਈਨਲ ਏਰੀਏ ਦੇ ਵਿੱਚ ਜਾਂਦਾ ਆ। ਔਰਤ ਦਾ ਵਜਾਈਨਲ ਏਰੀਆ ਜਿਹੜਾ ਉਹਦੇ ਬਾਰੇ ਜਦੋਂ ਔਰਤ ਦੀ ਗੱਲ ਆਉਣੀ ਹੈ ਇਸ ਤੋਂ ਬਾਅਦ ਇਹਨੂੰ ਅਸੀਂ ਆਪਣਾ ਇੱਕ ਅੰਜਾਈਮ ਤੇ ਪਹੁੰਚਾ ਦਈਏ ਵੀ ਇਹ ਇੱਕ ਅੰਜਾਈਮ ਤੇ ਜਾ ਕੇ ਪਹੁੰਚ ਗਿਆ, ਬਰਾਤ ਘਰੋਂ ਤੁਰੀ ਤੇ ਹੁਣ ਅੱਗੇ ਇੱਕ ਨਿਸ਼ਾਨੇ ਤੇ ਪਹੁੰਚ ਗਈ, ਉਸ ਤੋਂ ਬਾਅਦ ਫਿਰ ਅਗਲੇ ਘਰ ਦਾ ਵੇਰਵਾ ਦਿਆਂਗੇ। ਸੋ ਕੀ ਹੋਇਆ ਵੀ ਇੱਕ ਰੋਕਿਓ ਜਿਹੜਾ ਉਹ ਟੈਕਨੀਕਲੀ ਪ੍ਰੋਬਲਮ ਹੋ ਗਈ ਹੈ, ਰੇਡੀਓ ਬੰਦ ਹੋ ਗਿਆ ਔਰ ਟੈਕਨੀਕਲੀ ਇੱਕ ਅੱਧਾ ਮਿੰਟ ਲੱਗੇਗਾ, ਮੈਂ ਇਹਨੂੰ ਜਿਹੜਾ ਸੈੱਟ ਕਰਦਾ। ਕੋਈ ਗੱਲ ਨਹੀਂ, ਕਰ ਲਓ। ਹਵਾ ਜੀ ਕਰਦੇ ਠੀਕ ਆ। ਮਿੱਤਰ ਪਿਆਰਿਓ ਜਿੰਨੇ ਵੀ ਮੈਨੂੰ ਫੇਸਬੁੱਕ 'ਤੇ ਜਾਂ ਯੂਟਿਊਬ ਮੀਡੀਆ 'ਤੇ ਵੇਖਣ ਵਾਲੇ ਸੱਜਣ ਹਨ,
ਉਹਨਾਂ ਨੂੰ 1 ਮਿੰਟ ਵਾਸਤੇ ਰੁਕਣਾ ਇਸ ਕਰਕੇ ਪੈ ਰਿਹਾ, ਤੁਸੀਂ ਮੇਰੀ ਆਵਾਜ਼ ਨਹੀਂ ਸੁਣ ਰਹੇ ਹੋਵੋਗੇ ਕਿਉਂਕਿ ਰੇਡੀਓ ਦੀ ਲਾਈਨ ਦੇ ਵਿੱਚ ਕੁਝ ਫਰਕ ਆ ਗਿਆ। ਰੇਡੀਓ ਪ੍ਰਵਾਸ ਜਿਹੜਾ ਕਿ ਨਿਊਯਾਰਕ ਤੋਂ ਚੱਲਦਾ ਹੈ ਅਤੇ ਸਾਡੀ ਜਰਮਨ ਇੰਡੀਅਨ ਕਮਿਊਨਿਟੀ ਨੂੰ ਕਵਰ ਕਰਦਾ ਹੈ, ਬਲਕਿ ਐਜ਼ ਏ ਹੋਲ ਇੰਟਰਨੈਸ਼ਨਲ ਟਾਈਪ ਦਾ ਰੇਡੀਓ ਹੈ, ਜਦੋਂ ਇੰਟਰਨੈਟ ਰੇਡੀਓ ਹੈ ਤਾਂ, ਪਰ ਜ਼ਿਆਦਾਤਰ ਜਿਹੜੀ ਕਮਿਊਨਿਟੀ ਨੂੰ ਇਹ ਕਵਰ ਕਰਦਾ ਉਹ ਏਰੀਆ ਹੈਗਾ, ਉਹਦੇ ਲਾਈਨਾਂ ਦੇ ਵਿੱਚ ਕੋਈ ਖਰਾਬੀ ਆਉਣ ਕਰਕੇ ਸਾਨੂੰ 1 ਮਿੰਟ ਦੀ ਦੇਰੀ ਹੋ ਗਈ। ਅਸੀਂ ਉਸ ਨੂੰ ਫਿਰ ਅੱਗੇ ਲੈ ਕੇ ਚੱਲਾਂਗੇ ਸਿਰਫ 1 ਮਿੰਟ ਦੀ ਦੇਰੀ ਤੋਂ ਬਾਅਦ। ਇਹ ਪ੍ਰੋਗਰਾਮ ਤੁਹਾਡੇ ਵਾਸਤੇ ਇਸ ਤਰ੍ਹਾਂ ਹੀ ਮੈਂ ਲੈ ਕੇ ਅੱਗੇ ਤੁਰਾਂਗਾ। ਅੱਜ ਅਸੀਂ ਸਪਰਮ ਨੂੰ ਆਪਣੇ ਅੰਜਾਮ ਤੱਕ ਪਹੁੰਚਾਉਣਾ ਹੈ ਕਿ ਇਹ ਕਿੱਥੇ ਪਹੁੰਚਿਆ। ਸੋ ਇਹ ਸਾਰੀਆਂ ਗੱਲਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਕਿਉਂਕਿ ਸਪਰਮ ਇੱਕ ਮੇਨ ਚੀਜ਼ ਹੈਗੀ ਹੈ ਜਿਹੜੀ ਆਦਮੀ ਵੱਲੋਂ ਰਿਪਰੈਜ਼ੈਂਟ ਹੁੰਦੀ ਹੈ, ਜਿਹੜੀ ਆਦਮੀ ਵੱਲੋਂ ਦਿੱਤੀ ਜਾਂਦੀ ਹੈ। ਸੋ ਉਸ ਆਦਮੀ ਵੱਲੋਂ ਆਈ ਹੋਈ ਚੀਜ਼ ਦਾ ਵੇਰਵਾ ਵੀ ਮੈਂ ਤੁਹਾਨੂੰ ਇਹਦੇ ਵਿੱਚ ਦੇਣਾ ਹੈਗਾ ਆ। ਬਹੁਤ ਸਾਰੇ ਟੈਸਟ ਇਸ ਟਾਈਪ ਦੇ ਹੁੰਦੇ ਨੇ ਜਿਹੜੇ ਇਸ ਗੱਲ ਨੂੰ ਜੱਜ ਕਰਦੇ ਨੇ, ਚੈੱਕ ਕਰਦੇ ਨੇ ਕਿ ਕਿਸ ਹੱਦ ਤੱਕ ਜਾ ਕੇ ਅਸੀਂ ਇਸ ਨੂੰ ਨਾਰਮਲ ਕਹਿ ਸਕਦੇ ਹਾਂ, ਕਿਸ ਹੱਦ ਤੱਕ ਜਾ ਕੇ ਅਸੀਂ ਇਸ ਨੂੰ ਜਿਹੜਾ ਹੈ ਉਹ ਗਲਤ ਕਹਿ ਸਕਦੇ ਹਾਂ ਵੀ ਇਹ ਠੀਕ ਨਹੀਂ ਹੈਗਾ। ਸੋ ਉਸ ਸਿਸਟਮ ਦੇ ਮੁਤਾਬਕ ਅਸੀਂ ਇਸ ਨੂੰ ਇਸ ਤਰ੍ਹਾਂ ਚੱਲਾਂਗੇ। ਸੋ ਦਰਸ਼ਨ ਸਿੰਘ ਜੀ ਠੀਕ ਹੋ ਗਏ ਹੋ ਤੁਸੀਂ ਅਜੇ? ਕੋਈ ਨਹੀਂ, ਓਕੇ। ਮੈਨੂੰ ਇਸੇ ਆਵਾਜ਼ ਦੇ ਦਿਓ ਜਿਸ ਤਰ੍ਹਾਂ ਵੀ ਠੀਕ ਹੋ ਗਏ। ਠੀਕ ਹੈ, ਮੈਂ ਹਾਲੇ ਚੱਲ ਹੀ ਰਿਹਾ ਹਾਂ, ਮੈਂ ਰੂਟੀਨ ਦੀਆਂ ਗੱਲਾਂ ਜਿਹੜੀਆਂ ਉਹ ਕਰ ਰਿਹਾ ਹਾਂ। ਸੋ ਸਪਰਮ, ਜਿਵੇਂ ਅਸੀਂ ਇੱਕ ਵਾਰ ਇਸ ਤੋਂ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਵੀ ਗੱਲ ਕੀਤੀ ਸੀ ਵੀ ਜੀਵਨ ਇਸ ਸੰਸਾਰ ਦੇ ਵਿੱਚ 4 ਤਰ੍ਹਾਂ ਵਿਚਰ ਰਿਹਾ ਹੈ: ਅੰਡਜ, ਜੇਰਜ, ਸੇਤਜ, ਉਤਪੁਜ। ਇਹਨਾਂ ਦਾ ਵੇਰਵਾ ਤੇ ਆਪਾਂ ਅੱਗੇ ਪਹਿਲਾਂ ਕਰ ਚੁੱਕੇ ਹਾਂ। ਫਿਰ ਕਦੀ ਸਮਾਂ ਹਾਂਜੀ ਹਾਂਜੀ, ਕੋਈ ਗੱਲ ਨਹੀਂ, ਆਪਾਂ ਪੂਰਾ ਕਰ ਲੈਣਾ ਹੈ ਅੱਜ ਇਸ ਗੱਲ ਨੂੰ। ਮੈਂ ਸਪਰਮ ਦੀ ਗੱਲ ਸਾਰੇ ਹੀ ਸੁਣਨ ਵਾਲੇ ਸਰੋਤਿਆਂ ਨੂੰ, ਜਿੰਨੇ ਵੀ ਇਸ ਵੇਲੇ ਪ੍ਰਵਾਜ਼ ਰੇਡੀਓ ਨਾਲ ਜੁੜ ਚੁੱਕੇ ਨੇ, ਸਬਰੰਗ ਰੇਡੀਓ ਨਾਲ ਜੁੜ ਚੁੱਕੇ ਨੇ, ਬਹੁਤ ਸਾਰੇ ਥਾਵਾਂ 'ਤੇ ਮੀਡੀਆ 'ਤੇ ਇਸ ਗੱਲ ਨੂੰ ਪ੍ਰਚਾਰ ਕਰ ਰਿਹਾ, ਮੈਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦੀ ਹਾਂ ਕਿ ਇਹ ਜਾਣਕਾਰੀ, ਜੀਵਨ ਨਾਲ ਸੰਬੰਧਿਤ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾ ਰਹੀ ਹੈ। ਔਰ ਜਿੰਨਾ ਵੀ ਮੀਡੀਆ ਪਹੁੰਚਾਉਣ ਵਾਲਾ, ਮੈਂ ਸਾਰਿਆਂ ਦਾ ਹੀ ਬਹੁਤ ਧੰਨਵਾਦੀ ਹਾਂ। ਸੋ ਅਸੀਂ ਸਪਰਮ ਦੀ ਗੱਲ ਕਰ ਰਹੇ ਸਾਂ, ਮੇਲ ਦੇ ਜਨਨ ਅੰਗਾਂ ਦੀ ਗੱਲ ਹੋ ਗਈ ਅਤੇ ਸਪਰਮ ਦੀ ਗੱਲ ਹੋ ਗਈ ਵੀ ਸਪਰਮ ਇੱਕ ਐਸੀ ਚੀਜ਼ ਹੈ ਜਿਹੜੀ ਅੱਗੇ ਜਾਂਦੀ, ਇੱਕ ਤਰ੍ਹਾਂ ਨਾਲ ਲਾੜਾ ਕਹਿ ਰੋ ਬਰਾਤ ਦੇ ਵਿੱਚ ਜਾ ਰਿਹਾ ਹੈਗਾ। ਸੋ ਬਹੁਤ ਸਾਰੇ ਸਪਰਮ ਇੱਕੇ ਵੇਰਾ ਰਿਲੀਜ਼ ਹੁੰਦੇ ਨੇ। ਮੈਂ ਸਪਰਮ ਦੇ ਬਾਰੇ ਤੁਹਾਡੇ ਨਾਲ ਗੱਲ ਕਰ ਚੁੱਕਿਆ, ਫਿਰ ਦੁਬਾਰਾ ਮੈਂ ਰਿਪੀਟ ਕਰ ਦੇਣਾ ਕਿ ਇੱਕ ਸਪਰਮ ਦਾ ਇੱਕ ਹੈੱਡ ਹੁੰਦਾ ਹੈ, ਹੈੱਡ ਦੇ ਅੱਗੇ ਇੱਕ ਚੁੰਝ ਹੁੰਦੀ ਹੈ, ਐਕਰੋਸੋਮਸ ਕਹਿੰਦੇ ਆ ਉਸ ਚੁੰਝ ਨੂੰ, ਔਰ ਉਸ ਤੋਂ ਬਾਅਦ ਹੁੰਦਾ ਹੈੱਡ। ਹੈੱਡ ਉਹ ਹੈ ਜਿਹੜਾ ਅਸਲ ਪਾਰਟ ਹੈ ਜਿਹਦੇ ਵਿੱਚ ਨਿਊਕਲੀਅਸ ਰਹਿੰਦਾ ਹੈ, ਜਿਹਦੇ ਵਿੱਚ ਨਿਊਕਲੀਅਸ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ DNA, ਡਿਸਆਕਸੀ ਰਾਈਬ ਨਿਊਕਲੀਏਟਿਕ ਐਸਿਡ, RNA, ਰਾਈਬੋ ਨਿਊਕਲੀਏਟਿਕ ਐਸਿਡ, ਇਹ ਇਸ ਤਰ੍ਹਾਂ ਦੇ ਕੈਮੀਕਲ ਸਬਸਟੈਂਸਸ ਨੇ ਜਿਹੜੇ ਸਾਡਾ ਜੈਨੇਟਿਕ ਕਰੈਕਟਰ ਅੱਗੇ ਲੈ ਕੇ ਜਾਂਦੇ, ਜਿਹਨੂੰ ਕਹਿੰਦੇ ਆ ਮਾਂ ਪਰ ਧੀ, ਪਿਤਾ ਪਰ ਘੋੜਾ, ਬਹੁਤਾ ਨਹੀਂ ਤੇ ਥੋੜ੍ਹਾ ਥੋੜ੍ਹਾ। ਉਹ ਇਸ ਹੈੱਡ ਦੇ ਵਿੱਚ ਪਏ ਹੋਏ ਇਹਨਾਂ DNA ਦੇ ਉੱਪਰ ਡਿਪੈਂਡ ਕਰਦਾ ਹੈ। ਇਹਨਾਂ ਦੇ ਵਿੱਚ ਜਿਹੜੇ ਜੀਨਸ ਹੁੰਦੇ ਨੇ, ਆਮ ਤੌਰ 'ਤੇ 23 ਜੋੜੇ ਜੀਨਸ ਇਸ ਹੈੱਡ ਦੇ ਵਿੱਚ ਹੀ ਹੁੰਦੇ ਨੇ, ਜਿਨ੍ਹਾਂ ਦੇ ਵਿੱਚੋਂ 22 ਜੋੜੇ ਬਾਡੀ ਕ੍ਰੋਮੋਜ਼ੋਮਸ ਅਸੀਂ ਕਹਿੰਦੇ ਹਾਂ, ਔਰ ਇੱਕ ਜੋੜਾ ਜਿਹੜਾ ਹੈ ਉਹ ਸੈਕਸ ਕ੍ਰੋਮੋਜ਼ੋਮ ਹੁੰਦਾ ਆ। ਆਦਮੀਆਂ ਦੇ ਵਿੱਚ ਸਪਰਮ ਦੇ ਸੈਕਸ ਕ੍ਰੋਮੋਜ਼ੋਮਸ ਦੇ ਵਿੱਚ ਇੱਕ X ਹੁੰਦਾ ਹੈ ਅਤੇ ਇੱਕ Y ਹੁੰਦਾ ਹੈ। ਅਸੀਂ ਉਹ X ਤੇ Y ਨੂੰ ਨਾਲ ਲੈ ਕੇ ਆਦਮੀ ਔਰਤਾਂ ਦੀ ਕਹਿ ਲਓ ਤੁਸੀਂ ਸਾਂਝੀ ਬਰਾਤ ਲੈ ਕੇ ਤੁਰ ਪਏ, ਔਰ ਉਸ ਹੈੱਡ ਤੋਂ ਪਿਛਲੇ ਪਾਸੇ ਇੱਕ ਮੀਡੀਅਲ ਪੋਰਸ਼ਨ ਹੁੰਦਾ ਹੈ ਜਿਸ ਦੇ ਵਿੱਚ ਆਮ ਤੌਰ 'ਤੇ ਮਾਈਟੋਕੌਂਡਰੀਆ, ਜਿਨ੍ਹਾਂ ਨੇ ਸਪੋਰਟ ਕਰਨੀ ਹੁੰਦੀ ਹੈ ਉਹਨਾਂ ਦੇ ਕਰੈਕਟਰਿਸਟਿਕ ਨੂੰ, ਜੈਨੇਟਿਕ ਕਰੈਕਟਰਿਸਟਿਕ ਨੂੰ ਡਿਵੈਲਪ ਕਰਨ ਵਾਸਤੇ, ਜਾਂ ਇੰਝ ਕਹਿ ਲਓ ਕਿ ਸਪਰਮ ਨੂੰ ਅੱਗੇ ਜਾ ਕੇ ਆਪਣੀ ਕਾਰਵਾਈ ਕਰਨ ਵਾਸਤੇ ਮਦਦ ਕਰਨ ਵਾਲਾ ਜਿਹੜਾ ਪਿਛਲਾ ਹਿੱਸਾ ਹੈ ਨੈਕ ਦੇ ਨਾਲ ਦਾ, ਉਹਨੂੰ ਅਸੀਂ ਨੈਕ ਹੀ ਧੌਣ ਹੀ ਕਹਿ ਰਹੀਏ ਤੇ ਠੀਕ ਹੈ, ਕਿਉਂਕਿ ਉਹ ਸਿਰ ਨਾਲੋਂ ਪਤਲਾ ਹੁੰਦਾ ਹੈ। ਉਹਦੇ ਵਿੱਚ ਮਾਈਟੋਕੌਂਡਰੀਆ ਹੁੰਦਾ ਹੈ ਅਤੇ ਉਹ ਚੀਜ਼ ਸਪਰਮ ਦਾ ਸੈਕਿੰਡ ਪਾਰਟ ਹੁੰਦਾ ਹੈ, ਬਲਕਿ ਥਰਡ ਪਾਰਟ। ਪਹਿਲਾ ਐਕਰੋਸੋਮ, ਦੂਸਰਾ ਹੈੱਡ, ਤੀਸਰੀ ਨੈਕ, ਔਰ ਚੌਥੀ ਉਹਦੀ ਪੂਛ, ਤੇਲ ਹੁੰਦੀ ਹੈ। ਠੀਕ ਹੈ ਜੀ। ਸੋ ਅਗਰ ਕੋਈ ਸਪਰਮ ਆਪਣੀਆਂ ਇਹਨਾਂ 4 ਗੱਲਾਂ ਦੇ ਵਿੱਚ ਪੂਰਾ ਹੈ, ਫਿਰ ਅਸੀਂ ਉਹਨੂੰ ਕਹਾਂਗੇ ਕਿ ਇਹ ਨਾਰਮਲ ਸਪਰਮ ਆ।
ਫੂਡ ਖਾਣ ਤੋਂ ਬਾਅਦ ਤਕਰੀਬਨ 74 ਦਿਨ ਲੱਗਦੇ ਨੇ ਉਸ ਫੂਡ ਦੀ ਐਕਟੀਵਿਟੀ ਨਾਲ ਕਿਸੇ ਸਪਰਮ ਨੂੰ ਬਣਨ ਵਾਸਤੇ। ਪਰ ਫੂਡ ਤਾਂ ਅਸੀਂ ਰੋਜ਼ਾਨਾ ਹੀ ਖਾ ਰਹੇ ਹਾਂ ਨਾ, ਰੋਜ਼ਾਨਾ ਇਹ ਚੀਜ਼ ਬਣ ਰਹੀ ਹੈ ਨਾ, ਬਚਪਨ ਤੋਂ ਲੈ ਕੇ ਹੀ ਖਾ ਰਹੇ ਹਾਂ ਨਾ। ਤੋ ਇਸ ਕਰਕੇ ਸਪਰਮ ਸਾਡੇ ਟੈਸਟਿਸ ਦੇ ਵਿੱਚ ਸਟੋਰ ਹੋਣੇ ਸ਼ੁਰੂ ਹੋ ਜਾਂਦੇ ਨੇ, ਔਰ ਜਦੋਂ ਐਂਡਰੋਜਨ ਹਾਰਮੋਨਸ ਬਣਨੇ ਸ਼ੁਰੂ ਹੁੰਦੇ ਨੇ ਉਸ ਵੇਲੇ ਇਹ ਸਪਰਮ ਪੱਕੇ ਹੋਣੇ ਸ਼ੁਰੂ ਹੋ ਜਾਂਦੇ ਨੇ, ਭਾਵ ਆਪਣਾ ਹੈਡ ਟੇਲ ਸ਼ੇਪ ਦੇ ਵਿੱਚ ਨਾਰਮਲ ਆਉਣੇ ਸ਼ੁਰੂ ਹੋ ਜਾਂਦੇ ਨੇ। ਆਮ ਤੌਰ 'ਤੇ ਇਹ ਸਮਝਿਆ ਜਾਂਦਾ ਹੈ ਕਿ ਇਹ ਸਪਰਮ ਕਈ ਵੇਰਾਂ 200 ਮਿਲੀਅਨ ਤੱਕ ਵੀ ਪਹੁੰਚ ਜਾਂਦੇ ਨੇ ਪਰ ਇਜੈਕੂਲੇਸ਼ਨ। ਪਰ ਜਿਹੜੀ ਨਾਰਮਲ ਰੀਡਿੰਗ ਹੁਣ ਤੱਕ ਆਈ ਹੈ ਉਹ 120 ਤੋਂ 150 ਦੀ ਐਵਰੇਜ ਹੈਗੀ ਹੈ। 120 ਤੋਂ 150 ਮਿਲੀਅਨ ਸਪਰਮ ਇੱਕ ਵੇਰਾਂ ਦੇ ਇਜੈਕੂਲੇਸ਼ਨ ਦੇ ਵਿੱਚ ਨਿਕਲ ਜਾਂਦੇ ਨੇ। ਜੇ ਇਸ ਤੋਂ ਘੱਟ ਹੋਣ ਤਾਂ ਅਸੀਂ ਆਨੇ ਆ ਵੀ ਓਲੀਗੋਸਪਰਮੀਆ, ਵੀ ਭਾਵ ਸਪਰਮ ਘੱਟ ਨੇ। ਕਿਉਂ? ਕਿਉਂਕਿ ਸਾਨੂੰ ਮਿਨੀਮਮ 60 ਮਿਲੀਅਨ ਸਪਰਮ ਚਾਹੀਦੇ ਨੇ ਪ੍ਰੈਗਨੈਂਸੀ ਕਰਨ ਵਾਸਤੇ। ਉਹ ਭਾਈ ਇੱਕ ਸਪਰਮ ਹੀ ਇੱਕ ਓਵਮ ਨੂੰ ਫਰਟੀਲਾਈਜ਼ ਕਰ ਸਕਦਾ ਹੈ, ਪ੍ਰੈਗਨੈਂਟ ਕਰ ਸਕਦਾ ਹੈ, ਤੇ ਫਿਰ ਇੰਨੇ ਸਪਰਮਾਂ ਦੀ ਕੀ ਲੋੜ ਹੈ? ਕਿਉਂਕਿ ਕੁਦਰਤ ਨੂੰ ਪਤਾ ਆ ਕਿ ਇਹਦੀ ਹੋਣੀ ਕੀ ਹੈ। ਬੱਕਰੇ ਦੀ ਮਾਂ ਮਨੌਤਾਂ ਕਦ ਤੱਕ ਮਨਾਏਗੀ, ਕਦ ਤੱਕ ਸਮਾਧਾਂ ਤੇ ਲੰਗਰ ਵਰਤਾਏਗੀ, ਉਹਦੀ ਹੋਣੀ ਤੇ ਆਣੀ ਹੈ ਨਾ। ਉਹ ਇਸ ਕਰਕੇ ਉਸਨੇ ਇੰਨੇ ਜ਼ਿਆਦਾ ਸਪਰਮ ਪੈਦਾ ਕਰ ਦਿੱਤੇ ਤਾਂ ਕਿ ਜਿਹੜੀ ਹੋਣੀ ਅੱਗੇ ਉਹਦੇ ਮੈਂ ਦੱਸਣ ਲੱਗਿਆ ਤੁਹਾਨੂੰ ਕਿ ਕਿਸ ਹੋਣੀ ਨੂੰ ਪੇਸ਼ ਹੋਣਾ ਟੈਸਟਿਸ ਦੇ ਵਿੱਚੋਂ ਲੱਗ ਕੇ ਸਪਰਮ ਨੇ, ਉਸ ਚੀਜ਼ ਦੀ ਵਿਆਖਿਆ ਕਰਕੇ ਹੀ ਅਕਾਲ ਪੁਰਖ ਨੇ, ਰੱਬ ਨੇ ਇਹਦੇ ਵਿੱਚ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਸਪਰਮ ਪੈਦਾ ਕਰ ਦਿੱਤੇ ਆ। ਔਰ ਨਾਰਮਲ ਅਜੇ ਘੱਟੋ ਘੱਟ ਵੀ ਅਸੀਂ ਗਿਣੀਏ ਤੇ ਜਿਹੜੀ ਅੱਜ ਕੱਲ੍ਹ ਦੀਆਂ ਰੀਡਿੰਗਸ ਆ ਰਹੀਆਂ ਨੇ, ਕਿਉਂਕਿ ਟੈਕਨੋਲੋਜੀ ਬਹੁਤ ਵੱਧ ਗਈ ਹੈ ਨਾ, ਥੋੜ੍ਹੇ ਸਪਰਮਾਂ ਦੇ ਨਾਲ ਵੀ ਅਸੀਂ ਬਹੁਤ ਕੁਝ ਐਸਾ ਸਾਰ ਲੈਂਦੇ ਹਾਂ। ਤੇ ਉਹ ਕਹਿੰਦੇ 39 ਮਿਲੀਅਨ ਤੱਕ ਸਾਨੂੰ ਇਹਦੀ ਰੀਡਿੰਗ ਇੱਕ ਮਾਈਕਰੋਸਕੋਪਿਕ ਫੀਲਡ ਦੇ ਵਿੱਚ ਆਉਣੀ ਚਾਹੀਦੀ ਆ, ਨਹੀਂ ਤੇ ਘੱਟ ਹੈ। ਦੂਸਰੀ ਗੱਲ, ਵੀਰਜ ਜਿਹੜਾ ਕਿ ਸਾਡੇ ਪ੍ਰੋਸਟੇਟ ਦੇ ਰਲ ਕੇ ਬਣਨਾ ਹੈ, ਜਿਹੜਾ ਪ੍ਰੋਸਟੇਟ ਦਾ ਫਲੂਇਡ ਹੈ ਸਾਡਾ, ਜਦੋਂ ਇਹਨਾਂ ਸਪਰਮਾਂ ਦੇ ਵਿੱਚ ਰਲਣਾ ਹੈ ਤੇ ਉਹਨੂੰ ਅਸੀਂ ਪ੍ਰੋਪਰ ਸੀਮਨ ਕਹਿਣਾ ਹੈਗਾ। ਉਸ ਪ੍ਰੋਪਰ ਸੀਮਨ ਦੀ ਐਗਜ਼ਿਸਟੈਂਸ ਦੇ ਵਿੱਚ ਤਕਰੀਬਨ ਸਾਰੇ ਵਾਈਟਮਿਨਸ, ਸਾਰੇ ਮਿਨਰਲ ਇਹਦੀ ਅੱਗੇ ਦੀ ਡਿਵੈਲਪਮੈਂਟ ਵਾਸਤੇ ਸ਼ਾਮਲ ਹੋ ਜਾਂਦੇ ਨੇ। ਵੈਸੇ ਜਿੰਨੇ ਵੀ ਮਿਨਰਲਸ ਨੇ, ਜਿੰਨੇ ਵੀ ਪ੍ਰੋਟੀਨਸ ਨੇ, ਜਿੰਨੇ ਵੀ ਬਾਡੀ ਨੂੰ ਡਿਵੈਲਪਮੈਂਟ ਕਰਨ ਵਾਸਤੇ, ਸਾਡੀ ਆਮ ਸਰੀਰ ਨੂੰ ਡਿਵੈਲਪਮੈਂਟ ਕਰਨ ਵਾਸਤੇ ਜਿੰਨੇ ਵੀ ਚਾਹੀਦੇ ਨੇ, ਉਹ ਸਾਰੇ ਹੀ ਸਪਰਮ ਦੇ ਹੈੱਡ ਵਿੱਚ ਹੁੰਦੇ ਨੇ, ਜਿੰਨੀ ਕੁਆਂਟੀਟੀ 'ਚ ਉਹਨਾਂ ਨੂੰ ਚਾਹੀਦਾ। ਔਰ ਜਿਸ ਤਰ੍ਹਾਂ ਅੱਜ ਕੱਲ੍ਹ ਮਾਈਕਰੋ ਚਿਪ ਦੇ ਵਿੱਚ ਬਹੁਤ ਕੁਝ ਸਟੋਰ ਕੀਤਾ ਹੁੰਦਾ ਨਾ, ਉਸੇ ਤਰ੍ਹਾਂ ਹੀ ਇਸ ਹੈੱਡ ਦੇ ਵਿੱਚ ਬਹੁਤ ਕੁਝ ਸਟੋਰ ਕੀਤਾ ਹੁੰਦਾ ਹੈ, ਜਿਹਦੀ ਵਿਆਖਿਆ ਇਹ ਸਰੀਰ ਬਣਦਾ ਹੈ, ਜਿਹਦੀ ਵਿਆਖਿਆ ਅਸੀਂ ਆਪਾਂ ਅੱਗੇ ਚੱਲ ਕੇ ਕਰਨੀ ਹੈਗੀ ਹੈ। ਸੋ ਸਪਰਮ ਜਿਹੜੇ ਨੇ ਜਦੋਂ ਸੀਮਨ ਦੇ ਵਿੱਚ ਮਿਕਸ ਹੁੰਦੇ ਨੇ, ਉਸ ਵੇਲੇ ਇਹਦੀ ਜਿਹੜੀ ਘੱਟੋ ਘੱਟ ਕੁਆਂਟੀਟੀ ਹੈਗੀ ਹੈ ਉਹ ਅਸੀਂ ਕਹਿੰਦੇ ਹਾਂ 1.5 ml ਮਿਲੀਲੀਟਰ, ਇੰਨੀ ਕੁ ਵੀਰਜ ਹੋਣਾ ਚਾਹੀਦਾ ਹੈ। ਅਗਰ ਇਸ ਤੋਂ ਘੱਟ ਵੀਰਜ ਹੈ ਤੇ ਉਹਦੇ ਨਾਲ ਵੀ ਸਾਨੂੰ ਲੱਗਦਾ ਹੈ ਕਿ ਪ੍ਰੈਗਨੈਂਸੀ ਕਈ ਵਾਰ ਨਾ ਹੋਵੇ, ਉਹ ਵੀ ਮੈਂ ਦੱਸਣ ਲੱਗਿਆ ਹੁਣੇ ਹੀ। ਔਰ ਮੈਕਸੀਮਮ ਅਗਰ ਨੋਟ ਕੀਤਾ ਗਿਆ ਹੈ ਇੱਕ ਮੇਲ ਪਰਸਨ ਦੇ ਨਾਰਮਲ ਹਾਲਾਤਾਂ ਦੇ ਵਿੱਚ ਤਕਰੀਬਨ 5 ਤੋਂ 7 ml ਤੱਕ ਵੀਰਜ ਇੱਕ ਵੇਰਾ ਡਿਸਚਾਰਜ ਬਣਦਾ, ਭਾਵ ਇੰਨਾ ਪ੍ਰੋਸਟੇਟਿਕ ਫਲੂਇਡ ਉਹਦੇ ਵਿੱਚ ਰਲਿਆ ਹੁੰਦਾ ਹੈ। ਸਪਰਮ ਜਿਹੜੇ ਹੁੰਦੇ ਨੇ ਉਹਨਾਂ ਦੀ ਗਿਣਤੀ ਆਪਾਂ ਦੱਸ ਚੁੱਕੇ ਹਾਂ ਵੀ 120 ਤੋਂ 150 ਮਿਲੀਅਨ ਤੱਕ ਹੁੰਦੀ ਹੈ। ਪਰ ਸਾਨੂੰ ਪ੍ਰੈਗਨੈਂਸੀ ਕਰਨ ਵਾਸਤੇ ਇਹਦੇ ਵਿੱਚੋਂ 80 ਮਿਲੀਅਨ ਐਕਟਿਵ ਚਾਹੀਦੇ ਨੇ। ਘੱਟੋ ਘੱਟ 60 ਮਿਲੀਅਨ ਆਪਣੇ ਸਰੀਰ ਵਿੱਚ ਪੂਰੇ ਹੋਣ, ਉਹਦੇ 'ਚ ਸਿਰ, ਉਹਦੇ 'ਚ ਨੈਕ, ਉਹਦੇ 'ਚ ਟੇਲ ਉਹਦੀ ਪੂਰੀ ਹੋਵੇ, ਔਰ ਅੱਗੇ ਵਾਲਾ ਪਾਸਾ ਜਿਹੜਾ ਐਕਰੋਸੋਮ ਜਿਹਨੂੰ ਅਸੀਂ ਕਿਹਾ ਹੈਗਾ ਆ, ਉਹ ਚੁੰਝ ਜਿਹੜੀ ਜਿਵੇਂ ਤੀਰ ਦੇ ਅੱਗੇ ਚੁੰਝ ਹੁੰਦੀ ਹੈ ਨਾ, ਤੇ ਜਿੱਥੇ ਤੀਰ ਜਾਂਦਾ ਹੈ ਉੱਥੇ ਫਿਰ ਜਾ ਕੇ ਉਸ ਚੁੰਝ ਦੇ ਨਾਲ ਖੁੱਭਦਾ ਆ। ਇਹਦੀ ਵਿਆਖਿਆ ਵੀ ਮੈਂ ਅੱਗੇ ਕਰਨੀ ਹੈ ਵੀ ਚੁੰਝ ਕਿਉਂ ਰੱਬ ਨੇ ਬਣਾ ਦਿੱਤੀ, ਜਦੋਂ ਸਿਰ ਬਣਾ ਦਿੱਤਾ ਸੀ ਤੇ ਚੁੰਝ ਕਿਉਂ ਅੱਗੇ ਲਾ ਦਿੱਤੀ, ਉਹਦਾ ਵੀ ਮਕਸਦ ਹੈਗਾ ਆ ਜਿਹੜਾ ਮੈਂ ਤੁਹਾਨੂੰ ਦੱਸਣਾ। ਇਸੇ ਕਰਕੇ ਮੈਂ ਵਾਰ-ਵਾਰ ਐਕਰੋਸੋਮ ਦਾ ਨਾਂ ਲੈ ਰਿਹਾ ਹਾਂ। ਸੋ ਸਾਨੂੰ ਇਨ ਸ਼ਾਰਟ ਅਸੀਂ ਇਹ ਸਮ ਅਪ ਕਰੀਏ ਤਾਂ ਸਾਨੂੰ ਇਹ ਚਾਹੀਦਾ ਹੈ ਕਿ 60 ਮਿਲੀਅਨ ਸਪਰਮ ਇੱਕ ਐਜੈਕੂਲੇਸ਼ਨ ਦੇ ਵਿੱਚ ਘੱਟੋ ਘੱਟ ਆਉਣੇ ਚਾਹੀਦੇ ਹਨ ਤਾਂ ਕਿ ਇੱਕ ਨਾਰਮਲ ਬੰਦਾ ਇੱਕ ਨਾਰਮਲ ਪ੍ਰੈਗਨੈਂਸੀ ਨੂੰ ਅੰਜਾਮ ਦੇ ਸਕੇ। ਇਸ ਲਈ ਕਿ ਜਦੋਂ ਇਹ ਸਪਰਮ ਜਾ ਕੇ ਔਰਤ ਦੀ ਵਜਾਈਨਾ ਏਰੀਆ ਦੇ ਵਿੱਚ ਡਿੱਗਦੇ ਹੈ ਤੇ ਉੱਥੋਂ ਦਾ ਜਿਹੜਾ ਇਨਵਾਇਰਨਮੈਂਟ ਹੈ ਉਹ ਐਸਿਡਿਕ ਹੈ। ਆ ਤੁਸੀਂ ਵੇਖਿਆ ਹੋਣਾ ਪਿੱਛੇ ਜਦੋਂ ਬਹੁਤ ਜ਼ਿਆਦਾ ਤੇਲ ਸਮੁੰਦਰ ਵਿੱਚ ਡੁੱਲ ਗਿਆ ਸੀ ਤੇ ਉਸ ਵੇਲੇ ਬਹੁਤ ਸਾਰੀਆਂ ਮੱਛੀਆਂ ਤੇ ਹੋਰ ਜਾਨਵਰ ਮਰ ਗਏ ਸੀ।
ਕੁਦਰਤ ਨੇ ਆਪਣਾ ਬਚਾਅ ਕੀਤਾ ਹੈ ਕਿ ਵਜਾਈਨਲ ਏਰੀਆ ਆਮ ਤੌਰ ਤੇ ਸਦਾ ਬੰਦ ਰਹਿੰਦਾ ਤੇ ਜਿਹੜੀ ਕੋਈ ਚੀਜ਼ ਬੰਦ ਰਹੇ ਉਹਦੇ ਵਿੱਚ ਆਮ ਤੌਰ ਤੇ ਭਾਫਾਂ ਤੇ ਹੋਰ ਐਸਿਡਿਟੀ ਤੇ ਹੋਰ ਸਾਰਾ ਕੁਝ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਕੁਦਰਤ ਨੇ ਇਹਨੂੰ ਐਸਿਡਿਕ ਇਸੇ ਕਰਕੇ ਰੱਖਿਆ ਕਿ ਇਸ ਥਾਂ ਤੇ ਗਾਰਬੇਜ ਦੇ ਵਿੱਚ ਕੋਈ ਜਰਾਸੀਮ ਨਾ ਪੈਦਾ ਹੋ ਜਾਣ, ਲੋੜੋਂ ਵੱਧ ਨਾ ਪੈਦਾ ਹੋ ਜਾਣ, ਕਿਉਂਕਿ ਡਾਡਰਲਿਨਸ ਬੈਸੀਲਸ ਇੱਕ ਨਾਰਮਲ ਰੈਜ਼ੀਡੈਂਟ ਹਨ ਜਿਹੜੇ ਵਜਾਈਨਲ ਏਰੀਆ ਦੇ ਵਿੱਚ ਰਹਿੰਦੇ ਨੇ। ਅਗਰ ਉਹ ਨਾਰਮਲ ਨਾ ਰਹਿਣ ਤੇ ਇਹ ਜਿਸ ਤਰ੍ਹਾਂ ਤੁਸੀਂ ਵੇਖਦੇ ਹੋ ਨਾ ਤਲਾਵਾਂ ਦੇ ਵਿੱਚ ਅਸੀਂ ਮੱਛੀਆਂ ਛੱਡੀਆਂ ਹੁੰਦੀਆਂ ਨੇ, ਉਹਨਾਂ ਦਾ ਪਰਪਸ ਇਹ ਹੁੰਦਾ ਹੈ ਕਿ ਉਹਦੇ 'ਚ ਜੋ ਜਾਲਾ ਪਵੇ ਜਾਂ ਜੋ ਵੀ ਕੁਝ ਹੋਵੇ, ਇਹ ਮੇਰੀਆਂ ਭੈਣਾਂ ਸਾਰੀਆਂ ਸੁਣ ਰਹੀਆਂ ਹੋਣਗੀਆਂ ਜਿਨ੍ਹਾਂ ਨੂੰ ਸਾਰਿਆਂ ਨੂੰ UTI ਇਨਫੈਕਸ਼ਨ ਹੁੰਦਾ, ਉਹਨਾਂ ਨੂੰ ਇਹ ਗੱਲ ਸੁਣਨ ਦੀ ਲੋੜ ਆ ਕਿ ਜਿਵੇਂ ਤਲਾਵਾਂ ਦੇ ਵਿੱਚ ਮੱਛੀਆਂ ਛੱਡੀਆਂ ਹੁੰਦੀਆਂ ਨੇ, ਇਸੇ ਕਰਕੇ ਕਿ ਇਹਦੇ ਵਿੱਚ ਜਾਲਾ ਨਾ ਪਵੇ, ਇਹਦੇ 'ਚ ਹੋਰ ਪਾਣੀ ਸਾਫ਼ ਰਹੇ, ਇਸੇ ਤਰ੍ਹਾਂ ਹੀ ਵਜਾਈਨਲ ਬੰਦ ਏਰੀਏ ਨੂੰ ਸਾਫ਼ ਰੱਖਣ ਵਾਸਤੇ ਕੁਦਰਤ ਨੇ ਉਹਦੇ ਵਿੱਚ ਡਾਡਰਲਿਨ ਨਾਂ ਦੇ ਬੈਸੀਲਸ ਛੱਡੇ ਹੁੰਦੇ ਆ। ਪਰ ਜੇ ਡਾਡਰਲਿਨ ਬੈਸੀਲਸ ਦੀ ਇੱਕ ਨਾਰਮਲ ਲਿਮਟ ਹੈਗੀ ਹੈ, ਜੇ ਉਸ ਨਾਰਮਲ ਲਿਮਟ ਦੇ ਵਿੱਚ ਰਹਿਣ ਤੇ ਫਿਰ ਤਾਂ ਹੈ ਠੀਕ, ਤੇ ਜੇ ਫੋਰਸ ਲੋਡ ਨਾਲ ਵੱਧ ਜਾਵੇ ਤੇ ਉਹ ਵੀ ਨੁਕਸਾਨ ਦਿੰਦੀ ਹੈ। ਜੇ ਉਹ ਡਾਡਰਲਿਨ ਬੈਸੀਲਸ ਵੱਧ ਹੋ ਜਾਣ ਤੇ ਬੀਬੀਆਂ ਭੈਣਾਂ ਨੂੰ ਲਿਕੋਰੀਆ ਵਗੈਰਾ ਦੀ ਤਕਲੀਫ ਹੋਣੀ ਸ਼ੁਰੂ ਹੋ ਜਾਂਦੀ ਹੈ। ਜੇ ਉਹ ਡਾਡਰਲਿਨ ਬੈਸੀਲਸ ਘੱਟ ਹੋ ਜਾਣ ਉਹਦੇ ਨਾਲ ਵੀ ਖਾਰਸ਼ ਵਗੈਰਾ ਹੋਣੀ ਸ਼ੁਰੂ ਹੋ ਜਾਂਦੀ ਹੈ, ਇਰੀਟੇਸ਼ਨ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਦੋਵੇਂ ਚੀਜ਼ਾਂ ਹੀ ਨਾਰਮਲ ਰਹਿਣ ਫਿਰ ਵੀ ਜਦੋਂ ਸਪਰਮ ਆਉਂਦਾ ਹੈ ਉਸ ਵੇਲੇ ਉਹ ਐਸਿਡਿਟੀ ਨੂੰ ਬਰਦਾਸ਼ਤ ਨਹੀਂ ਕਰਦਾ। ਉਹ ਡਾਡਰਲਿਨਸ ਬੈਸੀਲਸ ਨਾਰਮਲ ਕੰਸਿਸਟੈਂਸੀ ਦੇ ਵਿੱਚ ਐਸਿਡਿਕ ਮੀਡੀਆ ਦੇ ਵਿੱਚ ਜਿਉਂ ਸਕਦੇ ਨੇ, ਸਪਰਮ ਐਸਿਡਿਕ ਮੀਡੀਆ ਦੇ ਵਿੱਚ ਜਿਉਂ ਨਹੀਂ ਸਕਦੇ। ਚਲੋ ਖੈਰ, ਕਿਉਂਕਿ ਕੁਦਰਤ ਨੇ ਬਹੁਤ ਜ਼ਿਆਦਾ ਪੈਦਾ ਕੀਤੇ ਨੇ, ਉਹਨੂੰ ਪਤਾ ਆ ਵੀ ਇਹ ਮਰਨੇ ਆ। ਇਹਦੇ ਵਿੱਚੋਂ ਜਦੋਂ ਵੀ ਸਪਰਮ ਇਜੈਕੂਲੇਟ ਹੁੰਦੇ ਨੇ ਵਜਾਈਨਲ ਏਰੀਆ ਵਿੱਚ ਜਾਂਦੇ ਨੇ, ਵਜਾਈਨਲ ਏਰੀਏ ਦੀ ਜਿਹੜੀ ਲੈਂਥ ਆ ਉਹ 3.5 ਤੋਂ ਲੈ ਕੇ 5 ਇੰਚ ਤੱਕ ਦੀ ਹੁੰਦੀ ਹੈ ਨਾਰਮਲ। ਵੈਸੇ ਜਿਹੜੀਆਂ ਬੀਬੀਆਂ ਨੇ ਬੱਚੇ ਜੰਮੇ ਹੁੰਦੇ ਨੇ ਉਹਨਾਂ ਦੇ ਇਸ ਲੈਂਥ ਦੇ ਵਿੱਚ ਫਰਕ ਪੈ ਜਾਂਦਾ ਹੈ। ਇਲਾਸਟਿਕ ਟਿਊਬ ਹੁੰਦੀ ਹੈ, ਪਰ ਇਹਦੀ ਜਿਹੜੀ ਰੇਂਜ ਹੈ ਲੰਬਾਈ ਦੀ ਉਹਦੇ 'ਚ ਵਾਧਾ ਘਾਟਾ ਆਉਣਾ ਸ਼ੁਰੂ ਹੋ ਜਾਂਦਾ। ਘੱਟੋ ਘੱਟ 3.5 ਇੰਚ ਤੋਂ ਲੈ ਕੇ 5 ਇੰਚ ਤੱਕ ਇਹਦੀ ਆਮ ਤੌਰ 'ਤੇ ਲੰਬਾਈ ਹੁੰਦੀ। ਕਹਿਣ ਤੋਂ ਭਾਵ ਇਹ ਆ ਵੀ ਇਹਨਾਂ ਸਪਰਮਾਂ ਨੇ ਵਜਾਈਨਲ ਏਰੀਏ ਦੇ ਵਿੱਚ 3.5 ਤੋਂ ਲੈ ਕੇ 5 ਇੰਚ ਤੱਕ ਦਾ ਸਫ਼ਰ ਕਰਨਾ ਆ, ਔਰ ਇਸ ਸਫ਼ਰ ਦੇ ਵਿੱਚ ਰਸਤੇ ਦੇ ਵਿੱਚ ਉਹਦੇ ਇੱਕ ਰੁਕਾਵਟ, ਇੱਕ ਜੰਕਸ਼ਨ ਆਉਂਦੀ ਹੈ ਕਿ ਇਸ ਵਜਾਈਨਲ ਏਰੀਆ ਦੇ ਵਿੱਚ ਉੱਪਰ ਤੋਂ ਸਾਡੀ ਯੂਟਰਸ ਬੱਚੇਦਾਨੀ ਜਿਹਨੂੰ ਅਸੀਂ ਕਹਿੰਦੇ ਆ, ਉਹਦੀ ਨੈਕ, ਉਹਦਾ ਮੂੰਹ ਆ ਕੇ ਵਜਾਈਨਲ ਏਰੀਏ ਦੇ ਵਿੱਚ ਖੁੱਲ੍ਹਦਾ, ਜਿਵੇਂ ਉੱਪਰੋਂ ਕੋਈ ਮੋਗਾ ਅਸੀਂ ਘਰ ਦੀ ਛੱਤ ਦੇ ਵਿੱਚ ਕੋਈ ਮੁੱਗ ਰੱਖਿਆ ਹੁੰਦਾ ਆ, ਲਾਈਕ ਦੈਟ ਇਸੇ ਤਰ੍ਹਾਂ ਦਾ ਮੂੰਹ ਖੁੱਲ੍ਹਿਆ ਹੋਇਆ ਸਾਡੀ ਯੂਟਰਸ ਦਾ ਇਸ ਵਜਾਈਨਲ ਏਰੀਏ ਦੇ ਵਿੱਚ ਖੁੱਲ੍ਹਦਾ ਹੈਗਾ। ਔਰ ਇਹ ਜਿਹੜੇ ਸਪਰਮ ਵਜਾਈਨਲ ਏਰੀਏ ਦੇ ਵਿੱਚ ਇਕੱਠੇ ਹੁੰਦੇ ਨੇ ਤੇ ਜਿਹੜੇ ਬਚ ਜਾਂਦੇ ਨੇ, ਜਿੰਨੇ ਕੁ ਬਚ ਜਾਂਦੇ ਨੇ, ਵੈਸੇ ਤਾਂ ਲਿਮਟ ਇਹ ਆ ਕਿ ਆਮ ਤੌਰ ਤੇ 45 ਮਿੰਟਾਂ ਦੇ ਵਿੱਚ ਸਪਰਮ ਆਪਦੇ ਡੈਸਟੀਨੇਸ਼ਨ ਤੇ, ਜਿਹੜਾ ਮੈਂ ਹੁਣ ਦੱਸਣ ਲੱਗਿਆ ਕਿ ਡੈਸਟੀਨੇਸ਼ਨ ਦਾ ਹੈ ਕੀ, ਡੈਸਟੀਨੇਸ਼ਨ ਤੱਕ ਪਹੁੰਚ ਜਾਂਦੇ ਨੇ। ਪਰ ਨਾਰਮਲ ਪੀਰੀਅਡ ਇਹਦਾ ਜਿਉਣ ਦਾ ਇੱਕ ਵੇਰਾਂ ਡਿਸਚਾਰਜ ਹੋਣ ਤੋਂ ਬਾਅਦ 5 ਤੋਂ ਲੈ ਕੇ 7 ਦਿਨ ਦਾ ਹੈ। ਨਾਰਮਲ ਪੀਰੀਅਡ ਇਹਦਾ 5 ਦਿਨ ਦਾ ਹੈ। ਜੋ ਖੁਰਾਕ ਇਹਦੇ ਕੋਲ ਹੈਗਾ, ਜੋ ਐਮੂਨੀਸ਼ਨ ਇਹਦੇ ਕੋਲ ਹੈਗਾ ਆ, ਉਹਦੇ ਨਾਲ ਇਹ ਜਿਉਂ ਸਕਦਾ ਹੈ। ਪਰ ਜਦੋਂ ਇਹ ਫੈਲੋਪੀਅਨ ਟਿਊਬ 'ਚ ਪਹੁੰਚਦਾ ਆ ਉਸ ਵੇਲੇ ਇਹਨੂੰ ਉੱਥੋਂ ਦੇ ਸੀਰਮ, ਉੱਥੋਂ ਦੇ ਐਂਜ਼ਾਈਮਸ, ਉੱਥੋਂ ਦੇ ਹਾਰਮੋਨਸ ਇੰਨੀ ਕੁ ਸਪੋਰਟ ਕਰਦੇ ਆ ਕਿ ਤੂੰ ਭਾਈ 2 ਦਿਨ ਹੋਰ ਵੇਟ ਕਰ ਲਾ ਤਾਂ ਕਿ ਤੈਨੂੰ ਓਵਮ ਮਿਲ ਜਾਵੇ। ਠੀਕ ਹੈ ਜੀ। ਸੋ ਇਸ ਕਰਕੇ ਮੈਕਸੀਮਮ ਇਹਦੀ ਲਾਈਫ ਜਿਹੜਾ ਹੈ ਉਹ 7 ਦਿਨ ਤੱਕ ਰਹਿ ਸਕਦਾ ਹੈ ਇੱਕ ਵੇਰਾ ਐਜੈਕੂਲੇਸ਼ਨ ਤੋਂ ਹੋਣ ਤੋਂ ਬਾਅਦ। ਚਲੋ ਅਸੀਂ ਪਹੁੰਚ ਗਏ ਕਿ ਵਜਾਈਨਾ ਦੇ ਵਿੱਚ ਸਪਰਮ ਪਹੁੰਚ ਗਏ ਤੇ ਉਸ ਥਾਂ ਤੇ ਜਾ ਕੇ ਐਸਿਡਿਕ ਮੀਡੀਆ ਦੇ ਵਿੱਚ ਬਹੁਤ ਸਾਰੇ ਸਪਰਮ ਮਰ ਗਏ। ਕੁਛ ਜਿਹੜੇ ਐਕਟਿਵ ਤੇ ਮੋਟਾਈਲ ਸੀਗੇ, ਇਸੇ ਕਰਕੇ ਅਸੀਂ ਆਨੇ ਕਿ ਸਾਨੂੰ ਜਿਹੜੇ ਨੇ 80% ਐਕਟਿਵ ਤੇ ਮੋਟਾਈਲ, 60 ਮਿਲੀਅਨ ਦੇ ਵਿੱਚੋਂ 80% ਐਕਟਿਵ ਤੇ ਮੋਟਾਈਲ ਚਾਹੀਦੇ, ਜਿਹਦੇ ਵਿੱਚ ਉਹਦਾ ਐਕਰੋਸੋਮ ਵੀ ਪੂਰਾ ਹੋਵੇ, ਜਿਹਦਾ ਉਹਦੇ ਹੈੱਡ ਦੇ ਵਿੱਚ DNA ਵਗੈਰਾ ਵੀ ਪੂਰਾ ਹੋਵੇ, ਜਿਹਦੀ ਟੇਲ ਵੀ ਪੂਰੀ ਹੋਵੇ ਤਾਂ ਕਿ ਉਹ ਮੂਵ ਕਰ ਸਕੇ। ਸੋ ਇਸ ਕਰਕੇ ਇਸ ਤੋਂ ਉਹ ਯੂਟਰਸ ਦੇ ਵਿੱਚ ਜਾਣਾ ਸ਼ੁਰੂ ਕਰ ਦਿੰਦੇ ਨੇ। ਯੂਟਰਸ ਵੀ ਜਿਹੜੀ ਨਲੀ ਪੈਰਸ ਯੂਟਰਸ, ਨਲੀ ਪੈਰਸ ਦਾ ਮਤਲਬ ਹੁੰਦਾ ਜਿਹਨੇ ਅਜੇ ਤੱਕ ਪ੍ਰੈਗਨੈਂਸੀ ਨਹੀਂ ਹੋਈ। ਆਮ ਸਾਡੀਆਂ ਬੱਚੀਆਂ ਦੀ ਜਿਹੜੀ ਯੂਟਰਸ ਹੈ ਅਸੀਂ ਉਸ ਨੂੰ ਕਹਿ ਸਕਦੇ ਹਾਂ ਕੋਈ ਨਲੀ ਪੈਰਸ ਹੈ, ਕੋਈ ਪ੍ਰੈਗਨੈਂਸੀ ਨਹੀਂ ਹੋਈ, ਉਹਦੇ 'ਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ। ਸੋ ਉਹ ਇੱਕ ਟਰੈਕ ਹੀ ਹੁੰਦਾ ਹੈ, ਇੱਕ ਲਕੀਰ ਵਾਂਗ ਹੀ ਹੁੰਦੀ ਹੈ।
ਔਰ ਉਸ ਲਕੀਰ ਵਾਂਗ ਕੈਨਾਲ ਜਿਹਨੂੰ ਅਸੀਂ ਕਹਿ ਰਹੇ ਹੋ ਤੇ ਬਹੁਤ ਬਰੀਕ ਕੈਨਾਲ ਹੁੰਦੀ ਹੈ, ਇਹ ਸਪਰਮ ਉਹਦੇ ਵਿੱਚ ਟਰੈਵਲ ਕਰਨਾ ਸ਼ੁਰੂ ਕਰ ਦਿੰਦੇ ਆ। ਪਹਿਲਾਂ ਤਾਂ ਵਜਾਈਨਾ 'ਚ ਮਰੇ, ਉਸ ਤੋਂ ਬਾਅਦ ਜਿਹੜੇ ਬਚੇ ਉਹ ਟਰੈਵਲ ਕਰਨਾ ਸ਼ੁਰੂ ਕਰ ਦਿੱਤਾ। ਟਰੈਵਲ ਕਰਨ ਤੋਂ ਬਾਅਦ ਫਿਰ ਫੌਜਾਂ ਦੋ ਪਾਸੇ ਵੰਡੀਆਂ ਗਈਆਂ, ਕਿਉਂਕਿ ਯੂਟਰਸ ਦੇ ਉੱਪਰ ਵਾਲੇ ਹਿੱਸੇ ਪਹਿਲਾਂ ਹੈਗੀ ਹੈ ਨੈਕ ਆਫ ਦੀ ਯੂਟਰਸ, ਉਸ ਤੋਂ ਬਾਅਦ ਹੈਗੀ ਹੈ ਬਾਡੀ ਆਫ ਦੀ ਯੂਟਰਸ, ਇਹਦੀ ਡਿਟੇਲ ਮੈਂ ਅੱਗੇ ਦੱਸਣੀ ਹੈ ਅਗਲੇ ਪ੍ਰੋਗਰਾਮਾਂ ਦੇ ਵਿੱਚ। ਉਸ ਤੋਂ ਬਾਅਦ ਫੰਡਸ ਦਾ ਏਰੀਆ ਹੈਗਾ, ਉੱਪਰ ਵਾਲੇ ਏਰੀਏ ਦੇ ਵਿੱਚ ਜਾ ਕੇ ਦੋ ਟਿਊਬਾਂ ਨਿਕਲਦੀਆਂ ਨੇ, ਦੋ ਸੁਰਾਖ। ਇਹ ਜਿਹੜਾ ਸੁਰਾਖ ਹੈ ਇਹੀ ਨਹਿਰਾਂ ਜਿਹੜੀਆਂ ਨੇ ਦੋ ਭਾਗਾਂ 'ਚ ਵੰਡੀਆਂ ਜਾਂਦੀਆਂ ਨੇ, ਇੱਕ ਸੱਜੇ ਪਾਸੇ ਦੇ ਤੇ ਖੱਬੇ ਪਾਸੇ ਦੀ। ਸੱਜੇ ਪਾਸੇ ਦੀ ਟਿਊਬ ਨੂੰ ਅਸੀਂ ਫੈਲੋਪੀਅਨ ਰਾਈਟ ਫੈਲੋਪੀਅਨ ਟਿਊਬਸ ਕਹਿੰਦੇ ਹਾਂ, ਤੇ ਖੱਬੇ ਪਾਸੇ ਨੂੰ ਲੈਫਟ ਫੈਲੋਪੀਅਨ ਟਿਊਬ ਅਸੀਂ ਕਹਿੰਦੇ ਹਾਂ। ਇਹ ਸਪਰਮ ਜਿਹੜੇ ਨੇ ਯੂਟਰਸ ਦੇ ਵਿੱਚ ਟਰੈਵਲ ਕਰਦੇ ਸੀ, ਬਚ ਗਏ ਸੀ ਐਸਿਡਿਟੀ, ਵੈਜਾਈਨਲ ਐਸਿਡਿਟੀ ਤੋਂ। ਉਹ ਸਾਰੇ ਯੂਟਰਸ 'ਚ ਟਰੈਵਲ ਕਰਕੇ ਤੇ ਅੱਗੋਂ ਫਿਰ ਫੌਜਾਂ ਦੋ ਭਾਗਾਂ 'ਚ ਵੰਡੀਆਂ ਜਾਂਦੀਆਂ ਨੇ। ਯਕੀਨ ਕਰੋ ਕਿ ਇੰਨੀ ਥਾਂ ਤੇ ਉਹਦੀ ਡੈਥ ਹੋ ਰਹੀ ਹੈ, ਵਾਰ-ਵਾਰ ਉਸ ਨੂੰ ਮੁਕਾਬਲਾ ਕਰਕੇ ਤੇ ਮਰਨਾ ਪੈ ਰਿਹਾ ਹੈ ਜਾਂ ਅੱਧੋ ਅੱਧ ਵੰਡਿਆ ਜਾਣਾ ਪੈ ਰਿਹਾ। ਹੁਣ ਕੀ ਹੈ? ਹੁਣ ਇਹ ਆ ਕਿ ਔਰਤ ਦੀ ਓਵਰੀ ਦੇ ਵਿੱਚੋਂ ਦੋ ਓਵਰੀਆਂ ਨੇ, ਦੋਵੇਂ ਪਾਸੇ ਯੂਟਰਸ ਦੇ ਲੱਗੀਆਂ ਹੋਈਆਂ ਨੇ, ਫੈਲੋਪੀਅਨ ਟਿਊਬ ਉਹਦੇ ਉੱਪਰ ਸ਼ੈਡੋ ਕਰਦੀ ਹੈ, ਔਰ ਇੱਕ ਓਵਰੀ ਦੇ ਵਿੱਚੋਂ ਇੱਕ ਮਹੀਨੇ ਦੇ ਵਿੱਚ ਇੱਕ ਓਵਮ ਨਿਕਲਦਾ ਹੈ। ਅਗਰ ਐਸਕੀ ਰਾਈਟ ਓਵਰੀ ਦੇ ਵਿੱਚੋਂ ਓਵਮ ਨਿਕਲਿਆ ਤੇ ਅਗਲੀ ਵਾਰ ਨੂੰ ਲੈਫਟ ਓਵਰੀ ਦੇ ਵਿੱਚੋਂ ਨਿਕਲਿਆ। ਭਾਵ ਇਹਦਾ ਸਾਈਕਲ ਕੀ ਹੈ? 56 ਦਿਨਾਂ ਦਾ। ਇੱਕ ਮੈਸਟਰਲ ਸਾਈਕਲ, ਨਾਰਮਲ ਮੈਸਟਰਲ ਸਾਈਕਲ ਜਿਹੜਾ ਹੈ ਉਹ 28 ਦਿਨ ਦਾ ਹੁੰਦਾ ਹੈ। ਭਾਵ ਕੀ ਹੈ ਕਿ ਇੱਕ ਓਵਰੀ ਦੇ ਵਿੱਚੋਂ ਇੱਕ ਓਵਮ ਦੀ ਨਿਕਲਣ ਦੀ ਜਿਹੜੀ ਟਾਈਮ ਪੀਰੀਅਡ ਹੈ ਉਹ 56 ਦਿਨ ਹੈ। ਔਰ ਜਦੋਂ ਹੁਣ ਜਿਹੜੇ ਇੱਕ ਪਾਸੇ ਮੰਨ ਲਿਆ ਜਾਏ ਇਸ ਵਾਰ ਰਾਈਟ ਓਵਰੀ ਦੇ ਵਿੱਚੋਂ ਓਵਮ ਨਿਕਲਿਆ, ਤੇ ਜਿਹੜੇ ਸਪਰਮ ਰਾਈਟ ਫੈਲੋਪੀਅਨ ਟਿਊਬ ਦੇ ਵਿੱਚ ਦਾਖਲ ਹੋਏ ਉਹਨਾਂ ਨੂੰ ਤੇ ਉਮੀਦ ਹੋ ਗਈ ਵੀ ਅੱਗੇ ਅਸੀਂ ਦੁਲਹਨ ਨੂੰ ਮਿਲਣਾ ਆ, ਅੱਗੇ ਅਸੀਂ ਕਿਸੇ ਨੂੰ ਮਿਲ ਲੈਣਾ ਹੈ। ਤੇ ਜਿਹੜੇ ਵਿਚਾਰੇ ਖੱਬੇ ਫੈਲੋਪੀਅਨ ਟਿਊਬ 'ਚ ਗਏ, ਕਿਉਂਕਿ ਇਸ ਵਾਰ ਖੱਬੀ ਸਾਈਡ 'ਤੇ ਤਾਂ ਕੋਈ ਓਵਮ ਹੈ ਨਹੀਂਗਾ, ਇਸ ਕਰਕੇ ਉਹ ਸਾਰੇ ਉੱਥੇ ਮਰ ਜਾਂਦੇ ਆ। ਇਹਨੂੰ ਅਸੀਂ ਕਹਿੰਦੇ ਆ ਆਟੋਲਾਈਸਿਸ ਦਾ ਪ੍ਰੋਸੈਸ। ਆਟੋਲਾਈਸਿਸ ਇਸ ਤਰ੍ਹਾਂ ਹੁੰਦਾ ਵੀ ਜਿਵੇਂ ਘਰਾਂ ਦਾ ਕੂੜਾ ਕਰਕਟ ਅਸੀਂ ਰੂੜੀ ਤੇ ਸੁੱਟਦੇ ਰਹਿੰਦੇ ਤੇ ਅਲਟੀਮੇਟ ਰੂੜੀ ਗਲਣੀ ਸ਼ੁਰੂ ਹੋ ਜਾਂਦੀ ਹੈ, ਤੇ ਗਲ ਕੇ ਫਿਰ ਅਸੀਂ ਖੇਤਾਂ 'ਚ ਲੈ ਜੰਨੇ, ਰੂੜੀ ਪਾ ਦਿੰਦੇ ਹਾਂ। ਇਸੇ ਤਰ੍ਹਾਂ ਹੀ ਕੱਲ ਨੂੰ ਪੂਰਾ ਕਰ ਦਿਓ। ਜਿਹੜੇ ਦੋ ਬੱਚੇ ਇਕੱਠੇ ਪੈਦਾ ਹੁੰਦੇ ਹਨ ਉਹਨਾਂ ਦੇ ਬਾਰੇ ਵੀ ਮੈਂ ਟਵਿਨਸ ਦੀ ਗੱਲ ਵੀ ਦੱਸਾਂਗਾ, ਕਿਉਂ ਟਵਿਨਸ ਅੱਜ ਵੈਸੇ ਹੁਣੇ ਕਲੀਅਰ ਹੋ ਜਾਣੀ ਹੈ, ਹੁਣੇ ਕਲੀਅਰ ਹੋ ਜਾਣੀ, ਪਰ ਜਿਹੜੇ ਸ਼ੰਕਾ ਰਹੇਗਾ ਟਵਿਨਸ ਦਾ ਮੈਂ ਉਹ ਅੱਗੇ ਫਿਰ ਕਲੀਅਰ ਕਰ ਦਾਂ, ਕਿਉਂਕਿ ਦੋ ਦੋ ਤਿੰਨ ਤਿੰਨ ਬੱਚੇ ਵੀ ਹੁੰਦੇ ਨੇ। ਉਹ ਸਾਰੀ ਗੱਲ ਮੈਂ ਤੁਹਾਨੂੰ ਕਲੀਅਰ ਕਰ ਦਾਂਗਾ, ਹੋ ਸਕਦਾ ਇਹਦੇ ਵਿੱਚ ਹੀ ਹੋ ਜਾਵੇ ਕਲੀਅਰ, ਪਰ ਇਵਨ ਦੈਨ ਸੋ ਇੱਕ ਡਾਕਟਰ ਸਾਹਿਬ ਇੱਕ ਛੋਟਾ ਜਿਹਾ ਮੈਂ ਵੀ ਵਿੱਚ ਹਿੱਸਾ ਪਾਉਣਾ ਸੀ ਇਹਦੇ। ਇਹ ਜਿਹੜੀ ਤੁਸੀਂ ਡਾਕਟਰ ਸਾਹਿਬ ਜੀ ਫੈਲੋਪੀਅਨ ਟਿਊਬ ਦੀ ਗੱਲ ਕਰਦੇ ਆ, ਇਹ ਬਾਣੀ ਦੇ ਵਿੱਚ ਲਿਖੀ ਹੋਈ ਹੈ, ਇਹਦਾ ਨਾਂ ਬਾਣੀ ਦੇ ਵਿੱਚ ਲਿਖਿਆ ਹੋਇਆ, ਇਹਨੂੰ ਕਹਿੰਦੇ ਪੁਰਸਰਾਹਤ। ਹਾਂਜੀ ਠੀਕ ਹੈ। ਵੈਸੇ ਵੀ ਜੇ ਸੂਈ ਦੇ ਨੱਕੇ 'ਚੋਂ ਨਿਕਲਣ ਵਾਲੀ ਗੱਲ ਵੀ ਤੇ ਗੁਰਬਾਣੀ ਨੇ ਦੱਸੀ ਹੋਈ ਹੈ ਸਾਨੂੰ, ਔਰ ਉਹ ਸੂਈ ਦੇ ਨੱਕੇ ਦੀ ਗੱਲ ਵੀ ਮੈਂ ਪਹੁੰਚ ਰਿਹਾ ਉੱਥੇ। ਤੁਸੀਂ ਸਿਰਫ ਸੁਣਦੇ ਰਹੋ, ਤੇ ਬਾਕੀ ਜਿਹੜੀ ਗੱਲ ਰਹਿ ਗਈ ਉਹ ਮੈਨੂੰ ਫਿਰ ਜ਼ਰੂਰ ਕੁਐਸਚਨ ਕਰਿਓ, ਆਪਾਂ ਉਹਨੂੰ ਵੀ ਕਲੀਅਰ ਕਰਾਂਗੇ। ਸੋ ਸਪਰਮ ਜਿਹੜੇ ਖੱਬੇ ਪਾਸੇ ਚਲੇ ਗਏ, ਉਹ ਸਾਰੇ ਇੱਕ ਆਟੋਲਾਈਸਿਸ ਪ੍ਰੋਸੈਸ ਹੈ ਨੇਚਰ ਦਾ, ਗਲ ਜਾਣਾ, ਸੜ ਜਾਣਾ, ਤੇ ਉਸ ਤੋਂ ਬਾਅਦ ਜਿਹੜਾ ਵਾਪਸੀ ਖੂਨ ਦਾ ਫਲੋ ਹੈ, ਕਿਉਂਕਿ ਹਰ ਅੰਗ 'ਚੋਂ ਖੂਨ ਵਾਪਸ ਜਾ ਰਿਹਾ ਹੈ, ਹਰ ਅੰਗ ਦੇ ਵਿੱਚ ਖੂਨ ਆ ਰਿਹਾ ਹੈ, ਹਰ ਅੰਗ ਦੇ ਵਿੱਚੋਂ ਖੂਨ ਜਾ ਰਿਹਾ ਹੈ, ਔਰ ਉਹ ਉਸ ਥਾਂ ਤੇ ਅਸਿਮੀਲੇਟ ਹੋ ਜਾਂਦੇ ਨੇ, ਭਾਵ ਜਜ਼ਬ ਕਰ ਲੈ ਜਾਂਦੇ ਨੇ। ਉਹ ਫੈਲੋਪੀਅਨ ਟਿਊਬ ਦੀ ਦੀਵਾਰ ਦੇ ਨਾਲ, ਜਾਂ ਉਹਦੇ ਜਿਹੜੇ ਬਾਹਰ ਨਿਕਲ ਜਾਂਦੇ ਨੇ, ਉਹਦਾ ਫੈਲੋਪੀਅਨ ਟਿਊਬ ਦਾ ਜਿਹੜਾ ਆਖਰੀ ਐਂਡ ਹੈ ਉਹ ਫਿੰਬਰੀਏਟਡ ਐਂਡ ਹੈਗਾ, ਝਾਲਰ ਵਰਗਾ, ਜਿਵੇਂ ਪਰਦਾ ਲਟਕਾਇਆ ਹੁੰਦਾ ਸੀ ਕਿਸੇ ਨੇ, ਉਹਦੇ ਵਿੱਚੋਂ ਜਿਹੜੇ ਬਾਹਰ ਨਿਕਲਦੇ ਨੇ ਉਹ ਬ੍ਰੌਡ ਲਿਗਾਮੈਂਟ 'ਚ ਪਹੁੰਚ ਜਾਂਦੇ ਨੇ। ਇਹਦੀ ਸਾਰੀ ਡਿਟੇਲ ਮੈਂ ਅੱਗੇ ਦੱਸਾਂਗਾ ਤੁਹਾਨੂੰ, ਪਰ ਇੱਥੇ ਸਿਰਫ ਇੰਨਾ ਹੀ ਸਮਝ ਲਓ ਕਿਉਂਕਿ ਅਸੀਂ ਸਪਰਮ ਦੀ ਹਿਸਟਰੀ ਦੱਸ ਰਹੇ ਹਾਂ। ਸੋ ਸਪਰਮ ਦੀ ਹਿਸਟਰੀ ਦੇ ਵਿੱਚ ਕੀ ਹੈ ਕਿ ਕੁਝ ਫੈਲੋਪੀਅਨ ਟਿਊਬ 'ਚ ਰਹਿ ਗਏ, ਕੁਝ ਬ੍ਰੌਡ ਲਿਗਾਮੈਂਟ 'ਚ ਪਹੁੰਚ ਗਏ, ਇਹ ਸਾਰੇ ਦੇ ਸਾਰੇ ਆਟੋਲਾਈਸ ਹੋ ਜਾਂਦੇ ਆ, ਮਰ ਜਾਂਦੇ ਨੇ। ਤੇ ਉਸ ਤੋਂ ਬਾਅਦ ਜਿਵੇਂ ਆਮ ਰੂਟੀਨ ਦੇ ਵਿੱਚ ਵਾਪਸੀ ਖੂਨ ਦੇ ਵਿੱਚ ਉੱਥੋਂ ਦਾ ਗਾਰਬੇਜ ਵਗੈਰਾ ਇਕੱਠਾ ਕਰਕੇ ਜਾਂਦਾ ਰਹਿੰਦਾ ਆ, ਉਹ ਗਾਰਬੇਜ ਜਿਹੜਾ ਹੈ ਉਹ ਖੂਨ ਦੇ ਵਿੱਚ ਰਚ ਜਾਂਦਾ ਹੈ, ਤੇ ਫਿਰ ਦੁਬਾਰਾ ਆਪਣੇ ਸਿਸਟਮ ਦਾ ਹਿੱਸਾ ਹੁੰਦਾ। ਤਾਂ ਉਹੀ ਮਿਨਰਲਸ ਨੇ ਨਾ, ਹੁੰਦੇ ਤਾਂ ਉਹੀ ਵਾਈਟਮਿਨਸ ਨੇ ਨਾ ਜੋ ਅਸੀਂ ਖੁਰਾਕ 'ਚੋਂ ਖਾਦੇ ਸੀਗੇ, ਉਹਦੀ ਹੀ ਚੀਜ਼ ਬਣੀ ਹੋਈ, ਉਹੀ ਚੀਜ਼ ਸਾਡਾ ਬਣਿਆ ਹੋਇਆ। ਤਾਂ ਉਹ ਉਸੇ ਤਰ੍ਹਾਂ ਹੀ ਫਿਰ ਜਜ਼ਬ ਹੋ ਜਾਂਦੇ ਨੇ, ਤੇ ਕੁਦਰਤ ਉਹਨੂੰ ਫਿਰ ਸਿੰਥੇਸਾਈਜ਼ ਕਰਕੇ ਆਪਣੀ ਆਪਣੀ ਥਾਂ ਤੇ ਭੇਜ ਦਿੰਦੀ। ਹੁਣ ਆਓ ਦੂਸਰੇ ਪਾਸੇ ਕੀ ਹੈ ਕਿ ਰਾਈਟ ਸਾਈਡ ਦੀ ਓਵਰੀ ਦੇ ਵਿੱਚ ਓਵਮ ਨਿਕਲਿਆ ਸੀਗਾ। ਓਵਮ ਨਿਕਲ ਕੇ ਵੀ ਫੈਲੋਪੀਅਨ ਟਿਊਬ ਦੇ ਵਿੱਚ ਉਹ ਤਰਦਾ ਰਹਿੰਦਾ ਹੈ ਬ੍ਰੌਡ ਲਿਗਾਮੈਂਟ ਦੇ ਵਿੱਚ। ਬ੍ਰੌਡ ਲਿਗਾਮੈਂਟ ਦੀ ਡਿਟੇਲ ਵੀ ਮੈਂ ਦੱਸਣੀ ਹੈ ਕਿਉਂਕਿ ਅਗਲੇ ਪਾਸੇ ਦਾ ਪੋਰਸ਼ਨ ਹੈ, ਇਸ ਕਰਕੇ ਮੈਂ ਉੱਥੇ ਦੱਸਾਂਗਾ। ਸੋ
ਓਵਰੀ ਦੇ ਵਿੱਚੋਂ ਮੈਂਸਸ ਅਗਲੇ ਮੈਂਸਸ ਆਉਣ ਤੋਂ 14 ਦਿਨ ਪਹਿਲਾਂ, ਕਿਉਂਕਿ ਕਈ ਮੇਰੀਆਂ ਬੀਬੀਆਂ ਭੈਣਾਂ ਨੂੰ ਮੈਂਸਸ 35 ਦਿਨ ਦੇ ਆਉਂਦੇ, ਕਈਆਂ ਨੂੰ 30 ਦਿਨ ਦੇ ਆਉਂਦੇ ਨੇ, ਕਈਆਂ ਨੂੰ 28 ਦਿਨ ਦੇ ਨਾਰਮਲ ਆਉਂਦੇ ਨੇ, ਅਤੇ ਕਈਆਂ ਨੂੰ 22 ਦਿਨ ਦੇ ਆਉਂਦੇ ਆ। ਸੋ ਹਰ ਇੱਕ ਬੀਬੀ ਦਾ ਮੈਂਸਟਰੂਏਸ਼ਨ ਦਾ ਜਿਹੜਾ ਟਾਈਮ ਪੀਰੀਅਡ ਹੈ ਉਹ ਵੱਖਰਾ ਵੱਖਰਾ ਹੈ। ਇਸ ਕਰਕੇ ਜੋ ਫਿਕਸ ਗੱਲ ਹੈ ਉਹ ਇਹ ਆ ਕਿ 14 ਡੇਜ਼ ਬਿਫੋਰ ਦੀ ਨੈਕਸਟ ਔਨਸੈਟ ਆਫ ਮੈਂਸਟਰੂਏਸ਼ਨ ਅਸੀਂ ਕਿਵੇਂ ਪੜ੍ਹਾਉਣੇ ਆ, ਅਤੇ ਪੰਜਾਬੀ 'ਚ ਇਹ ਕਹਾਂਗੇ ਵੀ ਅਗਲਾ ਮਹੀਨਾ ਆਉਣ ਤੋਂ, ਇਹ ਤਾਂ ਪਤਾ ਹੀ ਹੁੰਦਾ ਨਾ ਵੀ ਇੰਨੇ ਕੁ ਦਿਨਾਂ ਮੈਨੂੰ ਮਹੀਨਾ ਆਉਂਦਾ ਆ, ਔਰ ਉਹਦੇ ਮੁਤਾਬਕ ਹੀ ਅਗਲਾ ਮਹੀਨਾ ਆਉਣ ਤੋਂ 14 ਦਿਨ ਪਹਿਲਾਂ ਓਵੂਲੇਸ਼ਨ ਹੁੰਦਾ ਆ। ਓਵੂਲੇਸ਼ਨ ਦਾ ਮਤਲਬ ਕੀ ਹੈ ਕਿ ਓਵਮ ਓਵਰੀ ਦੇ ਵਿੱਚੋਂ ਬਾਹਰ ਨਿਕਲਿਆ, ਔਰਤ ਦਾ ਅੰਡਾ ਉਸ ਓਵਰੀ ਦੇ ਵਿੱਚੋਂ ਬਾਹਰ ਨਿਕਲਿਆ। ਓਵਰੀ ਉਵੇਂ ਹੀ ਹੈ ਜਿਵੇਂ ਆਦਮੀ ਦੇ ਟੈਸਟਸ ਦੀ ਗੱਲ ਹੋਈ ਸੀ, ਪਰ ਉਹਦੇ ਵਿੱਚ ਬਹੁਤ ਸਾਰੇ ਸਪਰਮ ਬਣਦੇ ਆ, ਇਹਦੇ 'ਚ ਵਿਚਾਰਾ ਇੱਕ ਹੀ ਓਵਮ ਬਣਦਾ ਹੈ। ਪਰ ਇਹਦੇ ਅੰਦਰ ਪਨੀਰੀ ਬਹੁਤ ਲੱਗੀ ਹੁੰਦੀ ਹੈ, ਜਿਹਦੀ ਡਿਟੇਲ ਮੈਂ ਅੱਗੇ ਆ ਕੇ ਤੁਹਾਨੂੰ ਦੱਸਣੀ ਹੈ ਜਦੋਂ ਉਹ ਔਰਤ ਦੀ ਗੱਲ ਕਰਾਂਗਾ। ਸੋ ਓਵਮ ਨਿਕਲ ਕੇ ਫੈਲੋਪੀਅਨ ਟਿਊਬ ਦੇ ਵਿੱਚ ਆ ਗਿਆ। ਫੈਲੋਪੀਅਨ ਟਿਊਬ ਦੇ ਵਿੱਚ ਆਉਣ ਤੋਂ ਬਾਅਦ ਇਸ ਨੇ ਉਸ ਦਾ ਜਿਹੜਾ ਆਖਰੀ ਹਿੱਸਾ ਹੈ, ਇੱਕ ਐਨਸਥੀਸਿਸ ਪੋਰਸ਼ਨ ਹੈਗਾ ਜਿਹੜਾ ਕਿ ਬੱਚੇਦਾਨੀ ਦੇ ਨਾਲ ਲੱਗਿਆ ਹੁੰਦਾ, ਇੱਕ ਅਗਲਾ ਪੋਰਸ਼ਨ ਹੈ ਜਿਹਨੂੰ ਅਸੀਂ ਐਂਪੂਲਰੀ ਪੋਰਸ਼ਨ ਕਹਿੰਦੇ ਆ, ਇੱਕ ਹੈਗਾ ਹੈ ਫਿੰਬਰੀਏਟਡ ਐਂਡ। ਜਿਹੜਾ ਆਖਰੀ ਹਿੱਸਾ ਹੈ ਉਸ ਨੂੰ ਫਿੰਬਰੀਏਟਡ ਐਂਡ ਝਾਲਰ ਵਰਗਾ ਹੁੰਦਾ ਹੈ, ਉਹਦੇ ਵਿੱਚ ਛੇਤੀ ਆਸਾਨੀ ਨਾਲ, ਜਿਵੇਂ ਸਪੀਕਰ ਲੱਗੇ ਹੁੰਦੇ ਸੀ ਸਾਡੇ ਪੁਰਾਣੇ, ਉਸ ਤਰ੍ਹਾਂ ਦਾ ਚੌੜੇ ਮੂੰਹ ਵਾਲਾ ਬਣਿਆ ਹੁੰਦਾ ਆ, ਛੱਤਾਂ 'ਤੇ ਹੀ ਲਾਉਂਦੇ ਸਪੀਕਰ। ਸੋ ਉਸ ਦੇ ਵਿੱਚੋਂ ਛੇਤੀ ਨਾਲ ਆਸਾਨੀ ਨਾਲ ਓਵਮ ਵੜ ਸਕਦਾ ਅਤੇ ਉਹਦੇ ਅੰਦਰ ਜਾ ਸਕਦਾ ਆ। ਹੁਣ ਕੀ ਹੋਇਆ ਕਿ ਉਹ ਇਸ ਥਾਂ 'ਤੇ ਆ ਕੇ ਸਪਰਮਾਂ ਨੂੰ ਮਿਲਦਾ ਆ। ਅਸੀਂ ਸਪਰਮਾਂ ਦੀ ਹੋਣੀ ਤੱਕ ਪਹੁੰਚਣਾ ਹੈ ਅੱਜ। ਸੋ ਇੱਥੇ ਆ ਕੇ ਸਪਰਮਾਂ ਨੂੰ ਮਿਲਦਾ ਹੈ, ਪਰ ਇਹਦੇ ਉੱਪਰ ਜਿਹੜਾ ਲੇਅਰ ਹੁੰਦਾ ਹੈ, ਕਦੀ ਆਂਡਾ ਤਾਂ ਮੈਂ ਕਿਹਾ ਸਾਰਿਆਂ ਨੇ ਖਾਧਾ ਹੋਣਾ, ਆਂਡਾ ਤੁਸੀਂ ਉਬਾਲੋ ਅਤੇ ਉੱਪਰਲੀ ਛਿੱਲ ਲਾ ਦਿਓ ਅਤੇ ਉਹਦੇ ਹੇਠਾਂ ਇੱਕ ਹੋਰ ਬਰੀਕ ਪਰਦਾ ਹੁੰਦਾ, ਉਹ ਵੀ ਬਹੁਤ ਸਖਤ ਹੁੰਦਾ ਹੈ। ਉਹਦਾ ਨਾਂ ਹੈ ਕੋਰਨਾ ਰੇਡੀਏਟਾ। ਉਸ ਕੋਰਨਾ ਰੇਡੀਏਟਾ ਉਹਦੀ ਸਖਤੀ ਦੇ ਕਰਕੇ ਹੀ, ਇਸ ਸਖਤੀ ਦੇ ਮੁਤਾਬਕ ਹੀ ਉਹਦੇ ਫੈਲੋਪੀਅਨ ਟਿਊਬ 'ਚ ਓਵਮ ਦਾਖਲ ਹੁੰਦਾ ਆ। ਅਤੇ ਜਿਹੜੇ ਸਪਰਮ ਤੇਜ਼ ਆਏ ਸੀ, ਜਿਹੜੇ ਸਪਰਮ ਬਚ ਗਏ, ਉਹ ਸਾਰੇ ਦੇ ਸਾਰੇ ਇਸ ਨੂੰ ਘੇਰਾ ਪਾ ਲੈਂਦੇ ਨੇ ਇੱਕ ਓਵਮ ਨੂੰ। ਜਦੋਂ ਇਸ ਨੂੰ ਘੇਰਾ ਪਾ ਲੈਂਦੇ ਨੇ ਅਤੇ ਉਹ ਚੁੰਝਾਂ ਜਿਹੜੀਆਂ ਮੈਂ ਹੁਣ ਤੁਹਾਨੂੰ ਦੱਸਿਆ ਸੀ, ਐਕਰੋਸੋਮਸ ਦੀ ਗੱਲ ਕੀਤੀ ਸੀ, ਉਹ ਐਕਰੋਸੋਮਸ ਦੀ ਗੱਲ ਜਿਹੜੀ ਸੀ, ਇਹਦੇ ਕਰਕੇ ਉਹ ਚੁੰਝਾਂ ਮਾਰ ਕੇ ਕੋਸ਼ਿਸ਼ ਕਰਦੇ ਆ ਕਿ ਇਹ ਜਿਹੜਾ ਕੋਰਨਾ ਰੇਡੀਏਟਾ, ਇਹ ਸਖਤ ਲੇਅਰ ਹੈ, ਰੇਡੀਏਟਾ ਕਹਿੰਦੇ ਨੇ ਜਿਹੜਾ ਰੇਡੀਏਟ ਕਰ ਸਕੇ, ਠੀਕ ਹੈ। ਉਹ ਕਰਾਊਨ ਨੂੰ ਰੇਡੀਏਟ ਕਰਨ ਵਾਸਤੇ ਇਹ ਸਖਤ ਲੇਅਰ ਨੂੰ ਉਹਦੇ ਵਿੰਨਣ ਦੀ ਕੋਸ਼ਿਸ਼ ਕਰਦੇ ਆ। ਭਾਵ ਇੱਕ ਕਿਲ੍ਹਾ ਆ ਅਤੇ ਕਿਲ੍ਹੇ ਨੂੰ ਦੀਵਾਰ ਤੋੜਨੀ ਅਤੇ ਫਿਰ ਅੰਦਰ ਜਾਣਾ ਆ। ਅਲਟੀਮੇਟ ਕੀ ਹੁੰਦਾ ਆ ਭਈ ਇਹ ਸਿਰ ਮਾਰ ਕੇ ਉੱਥੇ ਮਰ ਜਾਂਦੇ ਆ। ਬਹੁਤੇ ਸਾਰੇ ਸਪਰਮ ਜਿਹੜੇ ਪਹਿਲੋਂ ਤੇਜ਼ੀ ਨਾਲ ਆਏ ਸੀ ਉਹ ਮਰ ਜਾਂਦੇ ਨੇ, ਇਨਫੈਂਟਰੀ ਸਾਡੀ ਜਿਹੜੀ। ਦੈਨ ਲੇਟ ਕਮਿੰਗ ਸਪਰਮ, ਉਹ ਸਪਰਮ ਜਿਹੜੇ ਇਸ ਤੋਂ ਬਾਅਦ, ਕਿਉਂਕਿ ਇਸੇ ਕਰਕੇ ਅਸੀਂ ਕਹਿੰਦੇ ਨੇ ਕਿ ਸਾਨੂੰ 80% ਐਕਟਿਵ ਤੇ ਮੋਟਾਈਲ ਚਾਹੀਦੇ ਨੇ, ਵੀ ਪਹਿਲਾਂ ਤਾਂ ਜਿਹੜੇ ਭੱਜ ਗਏ, ਦੌੜ ਗਏ, ਲਾਈਨ 'ਚੋਂ ਲੰਘ ਗਏ, ਉਹਨਾਂ ਦੇ ਵਿਚਾਰਿਆਂ ਦੀ ਹੋਣੀ ਇਹ ਹੈ ਵੀ ਉਹਨਾਂ ਮਰ ਜਾਣਾ ਆ। ਅਤੇ ਜਿਹੜਾ ਲੇਟ ਕਮਿੰਗ ਹੈ, ਜੇ ਉਹ ਕਮਜ਼ੋਰ ਹੋਇਆ ਅਤੇ ਹੋਣ ਵਾਲਾ ਬੱਚਾ ਕਮਜ਼ੋਰ ਹੋ ਸਕਦਾ ਹੈ ਨਾ, ਅੱਗੇ ਨਵ ਜੀਵਨ ਜਿਹੜਾ ਉਹ ਕਮਜ਼ੋਰ ਹੋਏਗਾ। ਇਸ ਕਰਕੇ ਪਿੱਛੇ ਆਉਣ ਵਾਲਾ ਵੀ ਸਾਨੂੰ ਸਟਰੋਂਗ ਚਾਹੀਦਾ ਹੈ, ਜਿਹੜਾ ਵੈਜਾਈਨਲ ਐਸਿਡਿਟੀ ਤੋਂ ਬਚ ਗਿਆ, ਜਿਹੜਾ ਬਾਈਫਰਕੇਸ਼ਨ ਵਿਭਾਜਨ ਤੋਂ ਯੂਟਰਸ ਦੇ ਵਿੱਚ ਅੱਧ ਹੋਣ ਤੋਂ ਬਚ ਗਿਆ ਅਤੇ ਇੱਧਰ ਆ ਗਿਆ ਸੀਗਾ, ਇੱਧਰ ਇਹਦੀ ਮੁੱਠਭੇੜ ਹੋ ਗਈ ਔਰ ਉਸ ਦੇ ਵਿੱਚ ਆ ਕੇ ਵੀ ਇਹ ਕਾਮਯਾਬ ਨਹੀਂ ਹੋ ਰਿਹਾ ਅਤੇ ਉਹ ਉੱਥੇ ਮਰ ਗਿਆ। ਉਸ ਤੋਂ ਬਾਅਦ ਇਹਦੇ ਮਰਨ ਨਾਲ ਜਿਹੜਾ ਆਟੋਲਾਈਸਿਸ ਦਾ ਪ੍ਰੋਸੈਸ ਕੁਦਰਤ ਨੇ ਸਟਾਰਟ ਕੀਤਾ, ਉਹਦੇ ਨਾਲ ਇਹ ਸਪਰਮ ਵੀ ਗਲ ਗਏ ਅਤੇ ਉਹ ਜਿਹੜੀ ਲੇਅਰ ਸੀ, ਜਿਵੇਂ ਤੁਸੀਂ ਆਂਡੇ ਨੂੰ ਉਬਾਲ ਲਓ, ਉਹ ਸਪਰਮ ਵੀ ਗਲ ਗਏ ਅਤੇ ਉਸ ਤੋਂ ਬਾਅਦ ਉਹ ਜਿਹੜਾ ਕੋਰਨਾ ਰੇਡੀਏਟਾ ਲੇਅਰ ਸੀ ਉਹ ਵੀ ਗਲ ਗਿਆ। ਹੁਣ ਕੀ ਹੋਇਆ ਕਿ ਲੇਟ ਕਮਿੰਗ ਸਪਰਮ ਜਿਹੜਾ ਹੁਣ ਬਾਅਦ ਵਿੱਚ ਆ ਰਿਹਾ ਹੈ, ਉਹਨੂੰ ਆਸਾਨੀ ਹੋ ਗਈ, ਉਹਦਾ ਜਿਹੜਾ ਐਕਰੋਸੋਮ ਸੀ, ਜਿਹੜੀ ਚੁੰਝ ਸੀਗੀ ਸਿਰ ਦੇ ਉੱਪਰ ਲੱਗੀ, ਉਹ ਸਿੱਧੀ ਇਨਵੇਡ ਕਰਕੇ ਅਤੇ ਇਹਦੇ ਅੰਦਰ ਦਾਖਲ ਹੋ ਸਕਦੀ ਹੈ। ਹੁਣ ਜਿਹੜੇ ਆ ਰਹੇ ਨੇ, ਪਹਿਲਾਂ ਜਿਹੜੇ ਆਏ ਸੀ ਉਹ ਪੂਰੀ ਫੌਜ ਬਣ ਕੇ ਆ ਗਏ ਸੀਗੇ, ਹੁਣ ਜਿਹੜੇ ਆ ਰਹੇ ਨੇ ਬਾਕੀ ਬਚ ਗਏ, ਉਹ ਇੱਕਾ ਦੁੱਕਾ ਆ ਔਰ ਇਹਦੇ ਅੰਦਰ ਕੋਈ ਸਪੇਸ ਨਹੀਂ, ਖਾਲੀ ਸਪੇਸ ਹੈ ਨਹੀਂ ਉਸ ਓਵਮ ਦੇ ਅੰਦਰ। ਅਲਟੀਮੇਟ ਜਦੋਂ ਇੱਕ ਸਪਰਮ ਦੀ ਚੁੰਝ ਅੰਦਰ ਜਾਂਦੀ ਹੈ, ਕੇਵਲ ਹੈੱਡ ਤੱਕ ਹੀ ਅੰਦਰ ਜਾ ਸਕਦੀ ਹੈ।
ਹੈਡ ਤੱਕ ਹੀ ਅੰਦਰ ਜਾਂਦੀ ਹੈ ਤੇ ਇਹ ਕੋਰਨਾ ਰੇਡੀਏਟਾ ਫੇਰ ਘੁੱਟਿਆ ਜਾਂਦਾ ਹੈ। ਉਹ ਜਿਹੜੀ ਉਹਦੀ ਨੈਕ ਸੀ, ਉਸ ਨੈਕ ਤੋਂ ਉਹ ਫਿਰ ਘੁੱਟਿਆ ਜਾਂਦਾ ਤੇ ਪੂਛ ਉਹਦੀ ਪਿੱਛੇ ਰਹਿ ਗਈ। ਹਾਥੀ ਨਿਕਲ ਗਿਆ, ਪੂਛ ਪਿੱਛੇ ਰਹਿ ਗਈ। ਉਹ ਸਿਰਫ ਇੱਕ ਸਪਰਮ ਹੀ ਇਹਦੇ ਵਿੱਚ ਇਨਵੇਡ ਕੀਤਾ। ਪਰ ਜੇ ਕੁਝ ਐਸਾ ਹਾਲਾਤ ਹੋਵੇ, ਕਈ ਲੋਕ ਦਵਾਈਆਂ ਵਗੈਰਾ ਖਾਂਦੇ ਨੇ, ਸਪਰਮ ਬਹੁਤ ਸਟਰੋਂਗ ਹੁੰਦੇ ਨੇ, ਤੇ ਉਹਦੇ ਵਿੱਚ ਦਰਸ਼ਨ ਸਿੰਘ ਜੀ 1 ਜਾਂ 2 ਜਾਂ 4 ਵੀ ਸਪਰਮ ਅੰਦਰ ਜਾ ਸਕਦੇ ਆ। ਔਰ ਇਸ ਕਰਕੇ ਪ੍ਰੈਗਨੈਂਸੀ ਜਿਹੜੀ ਹੈ ਉਹ ਇੱਕ ਦੀ ਥਾਂ ਤੇ ਮਲਟੀਪਲ ਪ੍ਰੈਗਨੈਂਸੀ ਵੀ ਹੋ ਸਕਦੀ ਹੈ। ਪ੍ਰੈਗਨੈਂਸੀ ਦੇ ਵਿੱਚ ਵੀ ਅੱਗੇ ਬਹੁਤ ਡਿਵੀਜ਼ਨ ਹੈਗੀ। ਕੁਝ ਐਸਾ ਹੈਗਾ ਕਿ ਇੱਕ ਪਲਸੈਂਟਾ, ਇੱਕ ਔਲ ਨਾਲ ਜੁੜੇ ਹੁੰਦੇ ਆ। ਕੁਝ ਜਿਹੜੇ ਨੇ ਉਹ ਵੱਖ-ਵੱਖ ਔਲ ਲੈ ਕੇ ਪੈਦਾ ਹੁੰਦੇ ਆ। ਕੁਛ ਜਿਹੜੇ ਨੇ ਜੈਨੇਟਿਕ ਕਰੈਕਟਰ, ਉਹਦੀ ਗੱਲ ਸਾਰੀ ਡਿਟੇਲ ਆਪਾਂ ਕਰਨੀ ਹੈ ਅਗਲੇ ਪ੍ਰੋਗਰਾਮਾਂ ਦੇ ਵਿੱਚ। ਮੈਂ ਬੜੀ ਇੱਕ ਬਰੀਕੀ ਜਿਹੜੀ ਹੈ ਉਹ ਸਾਰੀ ਪਬਲਿਕ ਨੂੰ ਦੱਸਣਾ ਚਾਹੁੰਦਾ ਕਿ ਬਰੀਕੀ ਵਾਲਾ ਕੰਮ ਕੀ ਹੈਗਾ ਆ। ਸੋ ਉਹਦੇ ਵਿੱਚ ਕਈ ਵਾਰ ਐਸਾ ਹੁੰਦਾ ਹੈ ਕਿ ਇੱਕ ਲੜਕੀ ਪੈਦਾ ਹੋ ਗਈ, ਇੱਕ ਲੜਕਾ ਪੈਦਾ ਹੋ ਗਿਆ। ਕਈ ਵਾਰ ਦੋਵੇਂ ਹੀ ਲੜਕੇ ਪੈਦਾ ਹੋ ਗਏ। ਔਰ ਇਹ ਸਾਰੀ ਗੱਲ ਡਿਪੈਂਡ ਕਰਦੀ ਹੈ ਸਾਡੇ ਉਸ ਜੀਨਸ ਦੇ ਉੱਪਰ, ਕਿਉਂਕਿ ਔਰਤ ਕੋਲੇ ਤਾਂ ਹੈ ਹੀ XX। ਕਈ ਲੋਕ ਅੱਜ ਕੱਲ੍ਹ ਇਹ ਸਮਝਦੇ ਨੇ ਜੀ ਜੇ ਲੜਕੀਆਂ ਹੀ ਲੜਕੀਆਂ ਪੈਦਾ ਹੋਈਆਂ ਰਹੀਆਂ ਤੇ ਲੜਕੀ ਨੂੰ ਆਦੇ ਇਹਨੂੰ ਤਲਾਕ ਦਿਓ, ਇਹਦੇ ਕੋਲ ਤਾਂ ਲੜਕੀਆਂ ਹੀ ਪੈਦਾ ਹੁੰਦੀਆਂ ਨੇ, ਮੁੰਡਾ ਤਾਂ ਪੈਦਾ ਹੀ ਨਹੀਂ ਹੁੰਦਾ। ਬਹੁਤ ਕੁਝ ਐਸਾ ਹੁੰਦਾ ਸਾਡੇ ਸਮਾਜ ਦੇ ਵਿੱਚ। ਇਹ ਅਨਪੜ੍ਹਤਾ ਦੀ ਨਿਸ਼ਾਨੀ ਹੈ। ਔਰ ਉਸ ਅਨਪੜ੍ਹਤਾ ਦੀ ਨਿਸ਼ਾਨੀ ਨੂੰ ਇਹ ਸੁਣ ਲੈਣਾ ਚਾਹੀਦਾ, ਜਾਣ ਲੈਣਾ ਚਾਹੀਦਾ ਹੈ ਕਿ ਔਰਤ ਦੇ ਵੱਸ ਕੁਛ ਨਹੀਂ। ਔਰਤ ਕੋਲ ਹੈ ਹੀ XX ਕ੍ਰੋਮੋਜ਼ੋਮਸ, ਜਿਹੜਾ ਫੀਮੇਲ ਦਾ ਡਿਨੋਟਰ ਹੈ, ਜਿਹਦਾ ਮਤਲਬ ਹੈ ਕਿ ਉਹ ਫੀਮੇਲ ਹੀ ਪੈਦਾ ਕਰ ਸਕਦਾ ਹੈ। ਪਰ ਆਦਮੀ ਦੇ ਕੋਲ X ਤੇ Y ਜੀਨਸ ਹਨ। X ਤੇ Y ਜੀਨਸ ਦੇ ਵਿੱਚੋਂ ਜੇ X ਤੇ X ਨੇ ਮੇਲ ਕੀਤਾ ਫੀਮੇਲ ਦੇ ਤੇ ਲੜਕੀ ਪੈਦਾ ਹੋਵੇਗੀ। ਜੇ Y ਨੇ X ਨਾਲ ਮੇਲ ਕੀਤਾ ਤੇ ਫਿਰ ਇੱਕ ਮੁਕਾਬਲਾ ਚੱਲੇਗਾ। ਯਾਦ ਰੱਖਿਓ, ਫਿਰ ਇੱਕ ਐ ਨਹੀਂ ਕਿ ਵੀ ਲੜਕਾ ਹੋ ਗਿਆ ਤੇ ਹੋ ਗਿਆ ਜੀ ਬਸ, ਜੇ Y ਨਾਲ ਮੇਲ ਕਰ ਗਿਆ ਤਾਂ। ਇਹ ਹਿਸਟਰੀ ਬੜੀ ਲੰਬੀ ਜਿਹੜੀ ਅੱਗੇ ਚੱਲ ਕੇ ਬਹੁਤ ਸਾਰੇ ਲੈਕਚਰਾਂ ਦੇ ਵਿੱਚ ਆਉਣੀ ਆ। ਬਈ ਕਈ ਲੋਕ ਲੜਕੀ ਬਣ ਕੇ ਪੈਦਾ ਹੁੰਦੇ ਨੇ ਤੇ ਹਾਵ ਭਾਵ ਬਿਹੇਵੀਅਰ ਮੁੰਡਿਆਂ ਵਾਲਾ ਹੁੰਦਾ ਆ। ਕਈ ਬੰਦਾ ਬਣ ਕੇ ਪੈਦਾ ਹੁੰਦੇ ਨੇ ਤੇ ਬਿਹੇਵੀਅਰ ਉਹਨਾਂ ਦਾ ਲੜਕੀਆਂ ਵਾਲਾ ਹੁੰਦਾ। ਇਹਦਾ ਡਿਟੇਲ ਲੈਕਚਰ ਹੈ ਜਿਹੜਾ ਮੈਂ ਅੱਗੇ ਜਾ ਕੇ ਕਰਨਾ ਤੁਹਾਡੇ ਨਾਲ ਸਾਂਝਾ। ਪਰ ਇੱਥੇ ਸਿਰਫ ਇੰਨਾ ਜਾਣਨ ਦੀ ਲੋੜ ਆ ਕਿ X ਤੇ Y ਕਰੈਕਟਰਿਸਟਿਕ ਜਿਹੜੇ DNA ਦੇ ਹਨ ਉਹ ਹੀ ਨਿਰਧਾਰਿਤ ਕਰਦੇ ਨੇ ਕਿ ਜਿਹੜਾ ਅਗਾਂਹ ਆਉਣ ਵਾਲਾ ਬੱਚਾ ਹੈ ਉਹ ਕੀ ਹੋਏਗਾ। ਸੋ ਇਸ ਗੱਲ ਦੇ ਉੱਪਰ ਨਿਰਭਰ ਕਰੇਗਾ। ਔਰ ਇਹਨਾਂ ਦਾ ਜਿਹੜਾ ਜੀਨਸ ਦਾ ਮੁਕਾਬਲਾ ਹੈ ਉਹ ਮੈਂ ਅਗਲੇ ਪ੍ਰੋਗਰਾਮਾਂ ਵਿੱਚ ਤੁਹਾਨੂੰ ਦੱਸਾਂਗਾ ਭਈ ਕੀ ਹੋਇਆ ਹੁਣ ਤੱਕ ਕਿ ਇਹਨਾਂ ਸਪਰਮਾਂ ਨੇ ਘੇਰਾ ਪਾਇਆ, ਉਹ ਉੱਥੇ ਮਰ ਗਏ। ਉਸ ਤੋਂ ਬਾਅਦ ਆਟੋਲਾਈਸਿਸ ਹੋਇਆ। ਉਸ ਤੋਂ ਬਾਅਦ ਪਿੱਛੋਂ ਆਉਣ ਵਾਲਾ ਸਪਰਮ ਜਿਹੜਾ ਹੈ ਉਹ ਇਹਦੇ ਵਿੱਚ ਦਾਖਲ ਹੋ ਗਿਆ, ਪਰ ਸਾਰਾ ਉਹ ਵੀ ਨਹੀਂ ਦਾਖਲ ਹੋ ਸਕਿਆ। ਪੂਛ ਪਿੱਛੇ ਰਹਿ ਗਈ ਤੇ ਸਿਰ ਉਹਦਾ ਅੰਦਰ ਚਲਾ ਗਿਆ। ਔਰ ਕਈ ਵਾਰ ਇੱਕ ਤੋਂ ਬਾਅਦ 2 ਇਸ ਤਰ੍ਹਾਂ ਦੀ ਮਲਟੀਪਲਾਈ ਹੋ ਗਏ। ਕਈ ਸਾਰੇ ਬਹੁਤ ਸਾਰੇ ਕੇਸਿਸ ਇੱਥੇ ਮੈਂ ਜੂਰਿਸਪ੍ਰੂਡੈਂਸ ਦੇ ਪੜ੍ਹਦਾ ਰਹਿਣਾ, ਕਿਉਂਕਿ ਮੈਡੀਕਲ ਜੂਰਿਸਪ੍ਰੂਡੈਂਸ ਅਸੀਂ ਮੈਡੀਕਲ ਕਾਲਜਾਂ 'ਚ ਪੜ੍ਹਾਉਣੇ ਆ, ਜੈਨੇਟਿਕ ਕਰੈਕਟਰ ਪੜ੍ਹਾਉਣੇ ਆ ਕਿ ਇੱਕ ਔਰਤ ਨੂੰ 2 ਬੱਚੇ ਪੈਦਾ ਹੋਏ ਤੇ 2 ਹੀ ਆਦਮੀ ਸੀ ਔਰ ਦੋਹਾਂ ਹੀ ਆਦਮੀਆਂ ਨੂੰ ਟਰਨ ਬਾਈ ਟਰਨ ਪੈਟਰਨਿਟੀ ਸੈੱਟ ਕਰਨ ਦੀ ਲੋੜ ਪੈ ਗਈ ਵੀ ਇਹ ਜਿਹੜਾ ਇੱਕ ਬੱਚਾ ਇਹ ਕਿਹਦਾ ਤੇ ਦੂਜਾ ਬੱਚਾ ਕਿਹਦਾ ਔਰ ਪ੍ਰੈਗਨੈਂਸੀ ਇਹ ਕੀ ਹੋਈ। ਇਹੋ ਜਿਹੀਆਂ ਕੰਡੀਸ਼ਨਾਂ ਇੱਥੇ ਅਮਰੀਕਾ ਦੇ ਵਿੱਚ ਤਾਂ ਹੈਗੀਆਂ ਨੇ। ਸਾਡੇ ਵਾਸਤੇ ਤਾਂ ਬੜੀਆਂ ਚੰਭਾ ਲੱਗਦੀਆਂ ਨੇ। ਸਾਡੀ ਇੰਡੀਅਨ ਕਮਿਊਨਿਟੀ ਦੇ ਵਿੱਚ ਤਾਂ ਮੈਂ ਸ਼ਾਇਦ ਨਾਲ ਮੇਰੀਆਂ ਗੱਲਾਂ ਸੁਣਨ ਵਾਲੀਆਂ ਵੀ ਲੋਕਾਂ ਨੂੰ ਬੜੀਆਂ ਚੰਭਾ ਲੱਗਦੀਆਂ ਹੋਣਗੀਆਂ ਵੀ ਐਸਾ ਕੀ ਹੋ ਰਿਹਾ। ਪਰ ਸਾਡਾ ਮੈਡੀਕਲ ਸਾਇੰਸ ਦਾ ਜਿਹੜਾ ਵਿਸ਼ਾ ਹੈ ਨਾ ਦਰਸ਼ਨ ਸਿੰਘ ਜੀ, ਇਹ ਉੱਥੋਂ ਸ਼ੁਰੂ ਹੁੰਦਾ ਹੈ ਜਿੱਥੇ ਸਾਡੇ ਸਮਾਜ ਦੀ ਸ਼ਰਮ ਸ਼ੁਰੂ ਹੁੰਦੀ ਹੈ। ਪਰ ਜੇ ਅਸੀਂ ਇਹ ਨਹੀਂ ਜਾਣਾਂਗੇ ਤੇ ਅੱਜ ਕੱਲ੍ਹ ਕੀ ਹੁੰਦਾ ਆ ਭਈ ਹਰ ਬੰਦਾ ਇਹ ਆਂਦਾ ਭਈ ਮੇਰੀ ਲੜਕੀ ਨੂੰ ਜਾਂ ਮੇਰੀ ਧੀ ਭੈਣ ਦੇ ਬੱਚਾ ਹੋਣ ਵਾਲਾ ਤੇ ਮੈਨੂੰ ਕੋਈ ਲੇਡੀ ਡਾਕਟਰ ਮਿਲੇ। ਉਹ ਜੇ ਤੁਸੀਂ ਡਾਕਟਰ ਜੇ ਕੁੜੀ ਨੂੰ ਡਾਕਟਰ ਬਣਨ ਨਹੀਂ ਦਿਓਗੇ, ਜੇ ਤੁਸੀਂ ਪੜ੍ਹਨ ਨਹੀਂ ਦਿਓਗੇ ਤੇ ਡਾਕਟਰ ਕਿੱਥੋਂ ਬਣੂਗੀ। ਜਾਣਨਾ ਤੇ ਇਹ ਪੈਣਾ ਇਹਨਾਂ ਗੱਲਾਂ ਨੂੰ, ਸਮਝਣਾ ਤਾਂ ਸਾਨੂੰ ਪੈਣਾ ਇਹਨਾਂ ਗੱਲਾਂ ਨੂੰ। ਇੰਨਾ ਵਿਸ਼ਾਲ ਹੋਣਾ ਪੈਣਾ ਹੈ ਸਾਨੂੰ ਔਰ ਇੰਨਾ ਬਰਾਡ ਵੀ ਹੋਣਾ ਪੈਣਾ ਸਮਾਜ ਰਹਿੰਦਿਆਂ ਹੋਇਆਂ ਹਾਲਾਤਾਂ ਦੇ ਮੁਤਾਬਕ। ਸੋ ਅਸੀਂ ਇੱਥੇ ਪਹੁੰਚ ਗਏ। ਸਪਰਮ ਦੀ ਹੋਣੀ ਇੱਥੋਂ ਤੱਕ ਸੀ ਕਿ ਬਾਕੀ ਸਪਰਮ ਮਰ ਗਏ। ਜਿਹੜੇ ਸਪਰਮ ਐਂਟਰ ਕੀਤਾ ਉਸ ਦੇ ਨਾਲ ਅੱਗੇ ਜੈਨੇਟਿਕ ਕਰੈਕਟਰ ਬਣਨਾ ਸ਼ੁਰੂ ਹੋ ਜਾਣਾ। ਸਾਰੇ ਮੇਰੇ ਵੀਰ ਸਰੋਤੇ ਜਿੰਨੇ ਵੀ ਸੁਣ ਰਹੇ ਨੇ ਇਸ ਗੱਲ ਨੂੰ ਯਾਦ ਰੱਖਿਓ। ਕੱਲ੍ਹ ਨੂੰ ਮੈਂ ਔਰਤ ਦੇ ਜਨਨ ਅੰਗਾਂ ਦੀ ਵਿਆਖਿਆ ਸ਼ੁਰੂ ਕਰਨੀ ਹੈ ਤਾਂ ਕਿ ਉਹਨੂੰ ਵੀ ਮੈਂ ਇੱਥੇ ਲਿਆ ਕੇ ਨਵ ਜੀਵਨ ਅੱਗੇ ਸ਼ੁਰੂ ਕਰਕੇ ਦੱਸਾਂ ਕਿ ਕੀ ਹੁੰਦਾ ਆ। ਸੋ ਇਸ ਕਰਕੇ ਔਰਤ ਦੇ ਜਨਨ ਅੰਗਾਂ ਦੀ ਵਿਆਖਿਆ ਜਿਹੜੀ ਉਹ ਸਾਡੇ ਕੱਲ੍ਹ ਦੇ ਲੈਕਚਰ ਦੇ ਵਿੱਚ ਹੋਏਗੀ। ਸਾਰੇ ਸਰੋਤੇ ਇਸੇ ਤਰ੍ਹਾਂ ਹੀ ਰਲ ਬੈਠੋ, ਮਿਲਿਓ
ਔਰ ਆਪਣੇ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਭੈਣਾਂ ਮੇਰੀਆਂ ਮਾਤਾਵਾਂ ਜਿੰਨੀਆਂ ਵੀ ਸੁਣ ਰਹੀਆਂ ਮੇਰੀਆਂ ਭੈਣਾਂ ਸੁਣ ਰਹੀਆਂ ਨੇ ਉਹਨਾਂ ਨੇ ਆਪਦੀਆਂ ਆਉਣ ਵਾਲੀਆਂ ਬੱਚੀਆਂ ਨੂੰ ਆਪਦੀ ਆਉਣ ਵਾਲੀ ਜਨਰੇਸ਼ਨ ਨੂੰ ਗਾਈਡ ਕਰਨਾ ਹੈਗਾ ਕਿ ਕੀ ਹੋ ਰਿਹਾ ਕਿਵੇਂ ਹੋਣਾ ਹੈ ਤਾਂ ਕਿ ਪਰੇਸ਼ਾਨ ਨਾ ਹੋਵੋ ਜਾਣਦੇ ਹੋਵੋ ਕਿ ਕੀ ਹੋ ਰਿਹਾ ਹੈ। ਸੋ ਇਸ ਕਰਕੇ ਜ਼ਰੂਰੀ ਹੈ ਕਿ ਇਹਨਾਂ ਪ੍ਰੋਗਰਾਮਾਂ ਨੂੰ ਸੁਣੋ। ਇਹ ਪ੍ਰੋਗਰਾਮ ਤੁਹਾਡੀ ਜਾਣਕਾਰੀ ਵਾਸਤੇ ਪੇਸ਼ ਕੀਤੇ ਜਾ ਰਹੇ ਨੇ ਤੇ ਮੈਂ ਧੰਨਵਾਦੀ ਹਾਂ ਪ੍ਰਵਾਸ ਰੇਡੀਓ ਵਾਲਿਆਂ ਦਾ ਕਿ ਉਹਨਾਂ ਨੇ ਇਹ ਮੌਕਾ ਦਿੱਤਾ। ਤੇ ਠੀਕ ਹੈ ਮੈਂ ਵੀ ਇਹ ਸੋਚਿਆ ਵੀ ਕੋਈ ਗੱਲ ਨਹੀਂ ਬਾਕੀ ਸਾਰੇ ਕੰਮ ਛੱਡ ਕੇ ਅੱਧਾ ਘੰਟਾ ਪ੍ਰੋਗਰਾਮ ਪ੍ਰਵਾਸ ਤੇ ਕਰਨਾ ਹੀ ਕਰਨਾ ਹੈ ਤਾਂ ਕਿ ਤੁਸੀਂ ਸਾਰੀ ਕਮਿਊਨਿਟੀ ਜਿੰਨੇ ਸੁਣਦੇ ਹੋ ਸਾਰੇ ਇਸ ਗੱਲ ਤੋਂ ਜਾਣਕਾਰ ਹੋ ਸਕਣ। ਸੋ ਅੱਜ ਦਾ ਸਮਾਂ ਸਮਾਪਤ ਹੋ ਗਿਆ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥਿਕ ਕੰਸਲਟੈਂਟ ਤੁਹਾਡੀ ਸੇਵਾ 'ਚ ਹਾਜ਼ਰ ਹਾਂ 7021 ਵਿਲੇਜ ਪਾਰਕਵੇ ਦੇ ਉੱਪਰ। ਕਿਸੇ ਵੀ ਵੇਲੇ ਕਿਸੇ ਵੀ ਸਮੇਂ ਕਿਸੇ ਗੱਲ ਬਾਰੇ ਸਮਝਣਾ ਚਾਹੁੰਦੇ ਹੋ ਮੈਂ ਗਾਇਨੀ ਔਰ ਸਰਜਰੀ ਦਾ ਹੀ 골ਡ ਮੈਡਲਿਸਟ ਹਾਂ। ਇਹ ਗੱਲਾਂ ਮੇਰੇ ਦਿਮਾਗ ਵਿੱਚ ਪੂਰੀ ਤਰ੍ਹਾਂ ਸੈੱਟ ਨੇ। ਬਹੁਤ ਕੁਝ ਚੱਲਣਾ ਹੈ ਇਹਨਾਂ 50 ਸਾਲਾਂ ਦੇ ਵਿੱਚ ਜੋ ਸਿੱਖਿਆ ਉਹ ਸਾਰਾ ਮੈਂ ਉਡੇਲ ਦੇਣਾ ਤੁਹਾਡੇ ਵਾਸਤੇ ਤਾਂ ਔਰ ਉਹਦੇ 'ਚ ਜੋ ਤੁਹਾਡੀ ਜਾਣਕਾਰੀ ਦਾ ਲੋੜੀਂਦਾ ਆ ਉਹਨੂੰ ਸਾਂਭ ਲਿਓ ਤਾਂ ਕਿ ਇਹ ਤੁਹਾਡੀ ਆਉਣ ਵਾਲੀ ਜਨਰੇਸ਼ਨ ਦੇ ਕੰਮ ਆਵੇ। ਡਾਕਟਰ ਬਣਾਉਂਦੇ ਆਏ ਆ ਜੀ ਹੁਣ ਤੱਕ ਡਾਕਟਰ ਹੀ ਬਣਾਉਂਦੇ ਆਏ ਆ 26 ਸਾਲ ਮੈਡੀਕਲ ਕਾਲਜਾਂ 'ਚ ਪੜ੍ਹਾਇਆ ਮੈਂ ਪੰਜਾਬ ਦੇ ਵਿੱਚ ਔਰ ਪਹਿਲਾਂ ਉੱਥੇ ਬਿਹਾਰ ਦੇ ਵਿੱਚ ਫਿਰ ਪੰਜਾਬ ਦੇ ਵਿੱਚ ਐਜੂਕੇਸ਼ਨ ਹੀ ਮੈਂ ਸ਼ੁਰੂ ਕੀਤੀ ਹੈ ਹਾਂਜੀ। ਸੋ ਇਸ ਕਰਕੇ ਉਹ ਕ੍ਰੈਡਿਟ ਤੇ ਮੇਰਾ ਰਹਿਣਾ ਹੀ ਰਹਿਣਾ ਹੈ। ਮੇਰੇ ਮਰਨ ਤੋਂ ਬਾਅਦ ਵੀ ਇਹ ਗੱਲ ਰਹਿਣਾ ਹੀ ਹੈ। ਲੋਕ ਕਹਿਣਗੇ ਵੀ ਹਾਂ ਜਿਹੜੇ ਹੋਮਿਓਪੈਥਿਕ ਦੀ ਐਜੂਕੇਸ਼ਨ ਸਟਾਰਟ ਕਰਨ ਵਾਲਾ ਇੱਕ ਬੰਦਾ ਸੀ ਉਹ ਗੁਰਦੀਪ ਸਿੰਘ ਸੀਗਾ। ਔਰ ਅਮਰੀਕਾ ਦੇ ਵਿੱਚ ਵੀ ਜਦੋਂ ਮੈਂ ਆਇਆ ਮੇਰੇ ਤੇ 5 ਕੇਸ ਦਰਜ ਹੋਏ ਅਲੱਗ-ਅਲੱਗ ਇਸ ਗੱਲ ਵਾਸਤੇ ਕਿ ਹੋਮਿਓਪੈਥਿਕ ਤੁਸੀਂ ਇਹ ਲੀਗਲ ਮੈਡੀਸਨ ਦੀ ਪ੍ਰੈਕਟਿਸ ਕਰ ਰਹੇ ਹੋ। ਅਲਟੀਮੇਟ ਮੈਂ ਪਹਿਲੀ ਦਫਾ ਵਕੀਲ ਕੀਤਾ ਵਕੀਲ ਕਰਕੇ ਉਸ ਨੂੰ ਸਾਰਾ ਕੁਝ ਸਮਝਾਇਆ ਹੁੰਦਾ ਯਾਰ ਮੈਨੂੰ ਤੇ ਪਤਾ ਨਹੀਂ ਹੋਮਿਓਪੈਥੀ ਕੀ ਹੁੰਦੀ ਹੈ। ਇੱਕ ਗੋਰੀ ਵਕੀਲ ਸੀਗੀ ਅਲਟੀਮੇਟ ਉਹਨੂੰ ਮੈਂ ਡਿਕਟੇਟ ਕੀਤਾ ਬਈ ਮੈਂ ਜਿਹੜੀ ਯੂਨੀਵਰਸਿਟੀ ਦਾ ਗ੍ਰੈਜੂਏਟ ਹਾਂ ਉਸ ਯੂਨੀਵਰਸਿਟੀ ਦੀਆਂ ਡਿਗਰੀਆਂ ਨੂੰ ਤੁਸੀਂ ਮਾਨਤਾ ਦਿੱਤੀ ਹੋਈ ਹੈ। ਇਹਦਾ ਮਤਲਬ ਇਹ ਆ ਕਿ ਉਹ ਯੂਨੀਵਰਸਿਟੀ ਤਾਂ ਵੈਲਿਡ ਹੈ ਤੁਹਾਡੇ ਵਾਸਤੇ ਤੇ ਜਿਹੜੇ ਯੂਨੀਵਰਸਿਟੀ ਦੀਆਂ ਡਿਗਰੀਆਂ ਦਾ ਵਿੱਚ ਤੁਹਾਡੇ ਕੋਲ ਕੋਈ ਹੋਰ ਪੈਮਾਨਾ ਨਹੀਂ ਹੈਗਾ ਇਹਦਾ ਮਤਲਬ ਇਹ ਉਹ ਗਲਤ ਤਾਂ ਨਹੀਂ ਨਾ ਕਰ ਰਹੀ ਉਹ ਤਾਂ ਗਲਤ ਹੀ ਕਰ ਰਹੀ ਹੈ। ਤਾਂ ਉਹਦੇ ਵਿੱਚੋਂ ਮੈਂ ਨਿਕਲ ਕੇ ਆਇਆ ਹੋਇਆ ਇਸ ਕਰਕੇ ਤੁਹਾਨੂੰ ਮੰਨਣਾ ਪੈਣਾ। ਤਾਂ ਗਵਰਨਰ ਡੇਵਿਸ ਸੀਗੇ ਜਦੋਂ ਇੱਥੇ ਕੈਲੀਫੋਰਨੀਆ ਦੇ ਵਿੱਚ 2003 ਦੇ ਵਿੱਚ ਉਹਨਾਂ ਨੇ ਇਸ ਗੱਲ ਦੀ ਮਨਜ਼ੂਰੀ ਦਿੱਤੀ ਯੂ ਆਰ ਰਾਈਟ ਤੁਸੀਂ ਠੀਕ ਹੋ ਹਾਂਜੀ। ਔਰ ਉਸ ਤੋਂ ਬਾਅਦ ਇੱਕ ਫੁੱਲ ਫਲੈਜਡ ਪ੍ਰੈਕਟਿਸ ਤੇ ਹੁਣ ਤਾਂ ਮੇਰੇ ਖਿਆਲ ਤੁਹਾਡੇ ਨਿਊਯਾਰਕ ਦੇ ਵਿੱਚ ਵੀ ਇੱਥੇ ਕੈਲੀਫੋਰਨੀਆ ਦੇ ਵਿੱਚ ਵੀ ਜਿਸ ਤਰ੍ਹਾਂ ਓਹਾਇਓ ਹੈਗੀ ਹੈ ਬਹੁਤ ਸਾਰੀਆਂ ਸਟੇਟਾਂ 'ਚ ਮੇਰੇ ਪੜ੍ਹਾਏ ਹੋਏ ਸਟੂਡੈਂਟ ਜਿਹੜੇ ਨੇ ਪ੍ਰੈਕਟਿਸ ਕਰ ਰਹੇ ਨੇ ਹਾਂਜੀ। ਔਰ ਪੰਜਾਬ ਦਾ ਕੋਈ ਐਸਾ ਸ਼ਹਿਰ ਨਹੀਂ ਹੋਣਾ ਜਿੱਥੇ ਡਾਕਟਰ ਗੁਰਦੀਪ ਸਿੰਘ ਨੂੰ ਜਾਣਨ ਵਾਲਾ ਕੋਈ ਡਾਕਟਰ ਨਾ ਹੋਵੇ ਜਿਹੜਾ ਇਹ ਨਾ ਜਾਣਦਾ ਹੋਵੇ ਵੀ ਡਾਕਟਰ ਗੁਰਦੀਪ ਸਿੰਘ ਸਾਡਾ ਪ੍ਰੋਫੈਸਰ ਵੀ ਸੀ। ਸੋ ਇਹ ਬੜਾ ਮਾਣ ਹੈ ਕਿ ਠੀਕ ਹੈ ਇਹ ਜੀਵਨ ਨੂੰ ਸਫਲ ਕਰਨ ਵਾਸਤੇ ਜੋ ਕੁਝ ਹੁਣ ਤੱਕ ਮੈਂ ਕਰ ਸਕਿਆ ਹਾਂ ਉਹਦੀ ਐਪਰੀਸੀਏਸ਼ਨ ਵੀ ਲੋਕ ਕਰਦੇ ਇਹਦੇ 'ਚ ਕੋਈ ਸ਼ੱਕ ਨਹੀਂ ਐਪਰੀਸੀਏਸ਼ਨ ਵੀ ਕਰਦੇ ਨੇ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਫਿਰ ਆਪਾਂ ਸ਼ਾਮਲ ਹੋਵਾਂਗੇ ਤੇ ਕੱਲ੍ਹ ਅਸੀਂ ਇਹ ਦੱਸਣਾ ਹੈ ਕਿ ਇਹ ਬੀਬੀਆਂ ਭੈਣਾਂ ਜਿਹੜਾ ਫੀਮੇਲ ਸਰੀਰ ਕੁਦਰਤ ਨੇ ਬਣਾਇਆ ਹੈ ਇਹ ਕਿਵੇਂ ਬਣਾਇਆ ਹੈ ਉਹਦੇ ਵਿੱਚ ਕਿਹੜੇ ਕਿਹੜੇ ਅੰਗ ਨੇ ਉਹਨਾਂ ਦੀ ਕੀ ਕੀ ਡਾਇਮੈਂਸ਼ਨਸ ਨੇ ਔਰ ਕੀ ਉਹਦੇ ਬਾਰੇ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ ਹੈ ਆਪਣੇ ਸਰੀਰ ਦੇ ਬਾਰੇ। ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ ਆਦਾਬ ਨਮਸਕਾਰ। ਬਹੁਤ ਮਿਹਰਬਾਨੀ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜਿਹੜੀਆਂ ਤੁਸੀਂ ਇਨਫੋਰਮੇਸ਼ਨ ਜਾਂ ਜੋ ਵੀ ਜਾਣਕਾਰੀਆਂ ਸਰੋਤਿਆਂ ਤੱਕ ਪਹੁੰਚਾਉਂਦੇ ਹੋ ਨਾ ਇਹ ਕੋਈ ਵੀ ਡਾਕਟਰ ਅੱਜ ਤੱਕ ਮੈਂ ਨਹੀਂ ਦੇਖਿਆ ਕਿ ਇਹ ਜਾਣਕਾਰੀਆਂ ਦੇਵੇ ਜਾਂ ਇਹੀ ਹੁੰਦਾ ਕਿ ਇਹ ਦਵਾਈ ਲੈ ਲਓ ਇਹਦੇ ਨਾਲ ਠੀਕ ਹੋ ਜਾਏਗਾ ਇਹਦੇ ਨਾਲ ਇਹ ਕਰ ਲਓ ਇਹਦੇ ਨਾਲ ਜੋ ਤੁਸੀਂ ਇਨਫੋਰਮੇਸ਼ਨ ਦਿੰਦੇ ਹੋ ਨਾ ਉਹ ਬਹੁਤ ਵੱਡੀ ਮੁਸ਼ਕਿਲ ਆ ਬਹੁਤ ਜ਼ਿਆਦਾ